ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਰਮ ਸਨਮਾਨ ਆਵਰ ਸਾਹਿਬ ਕਮਾਲ बारगाहे इनायत के मालक कलयुगी जीवों के उद्धार करता साहिब ए सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलों च विराजमान गुरु प्यारी साध संगत गुरुदेव जी की महान इनायत का सदका साढ़े सारियां दे सिर ते मेहरमतमई रखे हत्थ का सदका जीवन का अज का दिन भी प्राप्त होया और इस नवे दिन की जो नवे जन्म समान है शाम अजीज़ुल नवाज गनीमुल खराज पातशाह गुरु गोबिंद सिंह महाराज जी दे मुकद्दस कदमां दी खाक दे नाम करना नसीब होया। सतगुरु जी की मेहर सदका सौदर चौंकी दे कीर्तन हर कीरत हमरी रहरास आरती अरदास ते फिर साहिब जी दे मुबारक हुक्मनामे तुम ताते ठाकुर प्रतिपालक नायक खस्म हमारे निमख निमख तुम ही प्रतिपालो हम बारिक तुमरे तारे। आप जी ने महाराज दे हुक्मनामे अपने हिरदे दी झोली च पवाए हैं। बड़े दूर दराज तो चल के मन विच तड़प लैके प्रेम लैके गुरु गोबिंद सिंह महाराज जी दे दीदार लई पहुँचे हो। पूर्ण एकाग्रता सहित दोवां हत्थां नूं हिरदे दे सामने जोड़ो, नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलों ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक प्यार सहित सरवण करदियां इतना आपने सरवण किया। महाराज सच्चे पातशाह ने कालू दी थोड़ी जही सेवा देख के महंत कालू दी निथाने ग्राम का रहन वाला उसनों कालू नाथ होने का महाराज जी ने खिताब दिता। उसने अगों निमरता प्रगट करते हुए कहा महाराज मैं नाथ नहीं हाँ मैं सेवक हाँ मैनू नाथ ना बनाओ। महाराज कहन लगे फिर ठीक है तेनू नाथां दा नाथ बना देंगे। एक बारी आखो धन गुरु हरगोबिंद साहिब जी। गुरु नानक का घर है ही ऐसा इतों थोड़ा ही मंगीए चुक के मंगीए तो मिलता बड़ा ज़्यादा। दुनियावी पक्ष नूं देखिए ऐसा नहीं है। कोई लोड़ पै गई है किसी रिश्तेदार कोल बंदा गया किसी निकटवर्ती कोल गया
ਬਈ ਸੱਜਣਾ ਮੈਨੂੰ ਤਾਂ ਲੱਖ ਰੁਪਏ ਦੀ ਲੋੜ ਪੈ ਗਈ ਹੈ, ਮੇਰੀ ਮਦਦ ਕਰ ਦੇ। ਅਗਲਾ ਮੂੰਹ ਖੋਲ ਕੇ ਦੇਖਦਾ ਬਈ ਹੈ ਚੰਗਾ ਭਲਾ ਸੀ, ਇਹਨੂੰ ਕੀ ਹੋ ਗਿਆ। ਫਿਰ ਬਹਾਨੇ ਪਾ ਦਿੰਦਾ ਬਈ ਥੋੜ੍ਹੇ ਦਿਨ ਪਹਿਲੇ ਆਇਆ ਹੁੰਦਾ ਤੇ ਮੈਂ ਕਰ ਵੀ ਦਿੰਦਾ, ਹੁਣ ਤੇ ਮੈਂ ਕਿਸੇ ਨੂੰ ਦੇ ਬੈਠਾ। ਤੇ ਜੇ ਅਗਲਾ ਖਹਿੜੇ ਹੀ ਪੈ ਜਾਏ ਬਈ ਨਹੀਂ ਮੇਰਾ ਤਾਂ ਸਰਦਾ ਹੀ ਨਹੀਂ, ਜਿਵੇਂ ਮਰਜ਼ੀ ਕਰ, ਫਿਰ ਅਗਲਾ ਕਹਿੰਦਾ ਵੀ ਠੀਕ ਹੈ ਤੈਨੂੰ ਲੱਖ ਚਾਹੀਦਾ, ਇੰਨਾ ਤਾਂ ਮੈਂ ਨਹੀਂ ਕਰਦਾ, ਮੈਂ 10,000 ਕਰ ਸਕਦਾ, ਇੰਨਾ ਕੁ ਮੇਰੇ ਕੋਲ ਹੈਗਾ। ਕੁਝ ਹੁੰਦੇ ਨੇ ਐਸੇ ਤੁਹਾਡੇ ਕੋਲੋਂ ਲੈ ਜਾਂਦੇ ਨੇ, ਫਿਰ ਮੁੱਕਰ ਵੀ ਜਾਂਦੇ ਨੇ, ਕਹਿੰਦੇ ਨੇ ਮੈਂ ਲਿਆ ਹੀ ਨਹੀਂ। ਘੱਟ ਤੋਂ ਘੱਟ ਦੇਣ ਦਾ ਮਨੁੱਖ ਯਤਨ ਕਰਦਾ, ਅਬਲਾ ਤੇ ਨਹੀਂ ਦੇਣ ਦਾ ਯਤਨ ਕਰਦਾ। ਪਰ ਜੇ ਕੋਈ ਗੁਰੂ ਕੋਲ ਆ ਜਾਵੇ ਨਾ, ਆਖੇ ਬਈ ਹੇ ਗੁਰੂ ਮੈਨੂੰ ਇੰਨਾ ਚਾਹੀਦਾ, ਗੁਰੂ ਨੂੰ ਤੇ ਪਤਾ ਹੀ ਹੈ ਇਹਨੂੰ ਚਾਹੀਦਾ, ਬਿਨ ਬੋਲਿਆ ਸਭ ਕੁਛ ਜਾਣਦਾ। ਪਰ ਫਿਰ ਜਿਤਨਾ ਸਿੱਖ ਮੰਗੇ ਗੁਰੂ ਉਤਨਾ ਨਹੀਂ ਦਿੰਦਾ। ਆਪ ਆਖੋਗੇ ਫਿਰ ਅੱਧਾ ਦੇ ਦਿੰਦਾ ਹੋਵੇਗਾ, ਜਾਂ ਚੌਥਾ ਹਿੱਸਾ ਜਾਂ ਪੌਣਾ ਦੇ ਦਿੰਦਾ ਹੋਵੇਗਾ। ਮਹਾਰਾਜ ਕਹਿੰਦੇ ਨਹੀਂ, ਉਹ ਕੋਈ ਗਰੀਬ ਥੋੜ੍ਹੀ ਹੈ ਕੋਈ ਜਿਹੜਾ ਤੂੰ ਜ਼ਿਆਦਾ ਮੰਗੇ ਤੇ ਘੱਟ ਦੇਵੇ ਜਾਂ ਨਾ ਦੇਵੇ। ਫਿਰ ਕਿਤਨਾ ਦਿੰਦਾ ਹੈ? ਸਾਹਿਬ ਕਹਿੰਦੇ ਨੇ ਜਿਤਨੀ ਲੋੜ ਹੋਵੇ ਉਸ ਨਾਲੋਂ 4 ਗੁਣਾ ਵੱਧ ਦੇ ਦਿੰਦਾ। ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਤੇ ਫਿਰ ਕੀ ਹੋਵੇਗਾ? ਸਾਹਿਬ ਕਹਿੰਦੇ ਨੇ ਉਸ ਤੇ 4 ਗੁਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। 4 ਗੁਣਾ ਵੱਧ। ਇਸ ਲਈ ਮਹਾਰਾਜ ਕਹਿਣ ਲੱਗੇ ਤੂੰ ਕਹਿੰਦਾ ਨਾਥ ਨਹੀਂ ਬਣਨਾ, ਅਸੀਂ ਤੈਨੂੰ ਨਾਥਾਂ ਦਾ ਨਾਥ ਬਣਾ ਦਿੰਦੇ। ਮਹਾਰਾਜ ਨੇ ਨਾਲ ਇਹਦੇ ਇੱਕ ਬਾਲਕ ਆਇਆ ਸੀ, ਉਹ ਵੀ ਇੱਕ ਮਟਕਾ ਦੁੱਧ ਦਾ ਚੁੱਕ ਕੇ ਲਿਆਇਆ। ਮਹਾਰਾਜ ਨੇ ਉਸ ਨੂੰ ਵੀ ਤਮਾਮ ਸ਼ਕਤੀਆਂ ਪ੍ਰਦਾਨ ਕੀਤੀਆਂ, ਉਸ ਨੂੰ ਦਿਵ ਦ੍ਰਿਸ਼ਟੀ ਹੋਈ, ਦੂਰ ਦ੍ਰਿਸ਼ਟੀ ਪ੍ਰਾਪਤ ਹੋਈ। ਇਹਦੇ ਮਨ ਵਿੱਚ ਈਰਖਾ ਜਾਗ ਪਈ। ਕਦੀ ਵੀ ਕਿਸੇ ਮਨੁੱਖ ਦੇ ਜੀਵਨ ਉਪਾਰਜਨ, ਸਾਧਨ, ਧਨ, ਪ੍ਰਤਿਭਾ, ਸਨਮਾਨ, ਪਦਵੀ, ਉਸ ਨੂੰ ਦੇਖ ਕੇ ਜਿਹੜਾ ਈਰਖਾ ਕਰਦਾ ਹੈ ਨਾ, ਉਹ ਆਪਣਾ ਸਭ ਕੁਝ ਹੀ ਗਵਾ ਲੈਂਦਾ ਹੈ। ਇਸ ਲਈ ਈਰਖਾ ਨਹੀਂ ਕਰਨੀ ਚਾਹੀਦੀ ਕਿਸੇ ਨਾਲ ਵੀ। ਪਰਮਾਤਮਾ ਕਹਿੰਦਾ ਲੈ ਠੀਕ ਹੈ, ਜੇ ਤੈਨੂੰ ਬੁਰਾ ਲੱਗਦਾ ਹੈ ਤੇ ਤੈਨੂੰ ਹੀ ਪਾਸੇ ਕਰ ਦਿੰਦੇ। ਇਸ ਤਰ੍ਹਾਂ ਵੀ ਪ੍ਰਭੂ ਕਰਦਾ, ਉਹਦੀ ਖੇਡ ਇਸ ਤਰ੍ਹਾਂ ਵੀ ਵਰਤਦੀ। ਉਸਨੇ ਬਾਲਕ ਦੇ ਸਿਰ ਤੇ ਹੱਥ ਰੱਖ ਕੇ ਉਹਦੀਆਂ ਸਾਰੀਆਂ ਸ਼ਕਤੀਆਂ ਖਿੱਚ ਲਈਆਂ, ਖਾਲੀ ਕਰ ਦਿੱਤਾ। ਤੇ ਮਹਾਰਾਜ ਕਹਿਣ ਲੱਗੇ ਲੈ ਦਿੱਤਾ ਅਸੀਂ ਹੈ ਤੇ ਈਰਖਾ ਇਹਨੂੰ ਜਾਗ ਰਹੀ। ਤੇਰੇ ਕੋਲੋਂ ਥੋੜ੍ਹੀ ਲਿਆ, ਸਾਡੇ ਕੋਲੋਂ ਲਿਆ। ਕੁਝ ਰੀਸ ਕਰਨ ਲੱਗ ਪੈਂਦੇ ਨੇ, ਕੁਝ ਈਰਖਾ ਕਰਨ ਲੱਗ ਪੈਂਦੇ ਨੇ। ਸਾਹਿਬ ਜੀ ਦਾ ਬਚਨ ਹੈ, ਫਰਮਾਨ ਕਰਦੇ ਨੇ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਕਿਸੇ ਕੋਲ ਵੀ ਜੋ ਵਡਿਆਈ ਹੈ ਸਾਹਿਬ ਦੀ ਦਿੱਤੀ ਹੋਈ ਹੈ, ਕਿਸੇ ਮਨੁੱਖ ਦੀ ਦਿੱਤੀ ਹੋਈ ਨਹੀਂ। ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ, ਪਰ ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ। ਇਸ ਲਈ ਮਹਾਰਾਜ ਜੀ ਨੇ ਇਸ ਕੋਲੋਂ ਸਭ ਕੁਝ ਵਾਪਸ ਲਿਆ। ਕਹਿੰਦੇ ਠੀਕ ਹੈ, ਜੇ ਤੇਰਾ ਮਨ ਈਰਖਾ ਨਾਲ ਭਰ ਗਿਆ ਤੇ ਜਿਹੋ ਜਿਹਾ ਪਹਿਲੇ ਸੀ ਉਹ ਜਿਹਾ ਹੀ ਰਹਿ। ਇੱਥੋਂ ਮਹਾਰਾਜ ਅੱਗੇ ਭਾਈ ਜੋਧ ਰਾਏ, ਭਾਈ ਸਲੇਮ ਸ਼ਾਹ ਦੀ ਬੇਨਤੀ ਤੇ ਉਹਦੇ ਨਗਰ ਵੱਲ ਨੂੰ ਪਧਾਰੇ ਨੇ, ਚੱਲੇ ਨੇ। ਇਹ ਕਥਾ ਸਰਵਣ ਕਰੀਏ ਪੇਸ਼ਤਰ।
जितने महाराज जी की गोद विच बैठे हो एक बारी आखो धन गुरु हरगोबिंद साहिब जी महाराज साहिब एक जी बारी महाराज। फिर सारे गज के आखो जी धन गुरु हरगोबिंद साहिब जी धन महाराज। गुरु हरगोबिंद साहिब जी महाराज। सतनाम श्री वाहिगुरु साहिब जी। श्री सतगुर संध्या पे उठे सभा ते आए। आप आखोगे केड़ा सिद्धांत है वे गुरु लै दे के फिर वापस भी लै लैंदा। महाराज का बचन है कहते ने हाँ 10 वस्तु ले पाछे पावै एक वस्त कारण बेखोट गवावै। जो खरा पाना है ना बिना खोटे तो वो गवा लैंदा। सब कुछ जिसने दिता उस दाते नूं भुल जाए। 10 वस्तु ले पाछे पावै एक वस्त कारण बेखोट बिखोट गवावै। फिर की होवेगा। महाराज कहते ने एक भी ना दे 10 भी हेर ले तो मूड़ा को कहा करे। ਉਹਦੀ मर्जी है दाते दी ਉਹਦਾ सुभाव है। जे कोई दातां पा के हंकार नाल भर जाए ईर्खा नाल भर जाए गलत वरतों करन लग पवे फिर वापस भी लै लैंदा। इसलिए सदा झुके रहना चाहिए। महाराज सच्चे पातशाह इतने नूं शाम हो गई दीवान की समाप्ति हुई तो उठ के अपने निवास शामियाने विच आए और बहुत सुंदर पलंग सी महाराज जी का उसते आनंद सहित बिराजे हन। तंबू बिखै पर्यंक पर बैठे आनंद उपाए। बड़े आनंद विच महाराज जी पलंग ते बिराजे हन। निशानी छंद खान पान कर जामनी सुखते पर सोए। और इस तरह दे नाल महाराज जी ने भोजन किया ते रात नूं बड़ा सुख नाल आराम किया। पई पोर जागे प्रभु सब धान होए। अमृत वेला होया ते फिर महाराज जाग पे। दुनिया दी सवेर विच ते सिख दी सवेर विच फर्क है। दुनिया अपने हिसाब नाल सवेर चढ़दी है रात उन्हां दी बड़ी लंबी हो जाती है। 2-2 3-3 बजे तक जागते रहते हैं फिर वो बाद सुते भी रहते हैं। पर गुरसिखां दी सवेर एक पहर रात रहिंदियां हो जाती है। वो फिर सुते नहीं रहते। फिर सुते नहीं रहते फिर की करते ने जागते ने फिर जपते ने। कुछ सज्जणा का ये कहना होंदा है भी की करिए जपिया नहीं जाता नितनेम करदे आ मन नहीं लगता। तो मैं अर्ज करा मन किसी का भी नहीं लगता। किदा मन लगता चंगे पासे तो मन लगता ही नहीं भैड़े पासे लगता। कोई भैड़ी गल सुनी है झट असर हो गया दूजिया नूं जाके कहंदा है फलाणे दी है गल देखी उदा है हो गया। और किसी दी कोई चंगी गल पता लगी है फिर तो मानो बेहोश हो जाता है फिर नहीं करता। जो देखे सिद्धर तो निंदक उमा है भला देख दुख भरी है। गुरसिखां दी सवेर पैर सवा पैर रात रहंदियां हो जाती है ते दुनिया दी सवेर दा पता ही नहीं कदों आती है। फिर कहंदा बई की करिए जपिया ते नहीं जाता। सुन लेना ये बचन ध्यान नाल। जे नहीं जपिया जाता वैसे जपना केड़ा औखा है। वाहेगुरु 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 3 बारी मैं कह देता कोई औखा थोड़ी। हाँ पूर्ण टिकाओ विच कहना औखा है पूर्ण जुड़ के कहना औखा है। वो बहुत ही औखा है बहुत ही औखा है। जिस तरह मैं आख्या इस नालों करोड़ हाँ गुणा ज़्यादा औखा है सौखा नहीं। वैसे मुंह तो कहना औखा नहीं पर जे इतना भी नहीं कर सकता
ਤੇ ਆਤਮ ਮਾਰਗ ਦੇ ਮਹਾਨ ਮੰਜ਼ਲੇ ਮਕਸੂਦ ਤੇ ਪਹੁੰਚੇ ਹੋਏ ਸਿੰਘਾਸਣ ਪ੍ਰਾਪਤ ਆਤਮਾ ਭਗਤ ਸਿਰਮੌਰ ਭਗਤ ਕਬੀਰ ਕਹਿੰਦੇ ਨੇ ਕੋਈ ਗੱਲ ਨਹੀਂ, ਤੂੰ ਸਵੇਰ ਦਾ ਜਿਹੜਾ ਆਖਰੀ ਪਹਿਰ ਹੈ ਨਾ ਉਹ ਸੌਂ ਕੇ ਨਾ ਗੁਜ਼ਾਰਿਆ ਕਰ। ਤੇਰੀ ਕਮਰ ਬਿਸਤਰੇ ਤੇ ਨਹੀਂ ਲੱਗੀ ਹੋਣੀ ਚਾਹੀਦੀ, ਤੂੰ ਬੈਠਿਆ ਕਰ, ਜਾਗਿਆ ਕਰ। ਨਹੀਂ ਜਪਿਆ ਜਾਂਦਾ ਕੋਈ ਗੱਲ ਨਹੀਂ। ਫਿਰ ਇਸ ਨਾਲ ਕੀ ਹੋਵੇਗਾ? ਕਬੀਰ ਜੀ ਦੇ ਬੋਲ ਨੇ ਅਨੁਭਵ ਦਾ, ਉਹਨਾਂ ਦਾ ਜਗਤ ਹੈ, ਪ੍ਰੇਮ ਨਾਲ ਭਰਿਆ ਹੋਇਆ ਹਿਰਦਾ ਹੈ ਔਰ ਅਸਲੀਅਤ ਸਾਡੇ ਨਾਲ ਸਾਂਝੀ ਕਰਦੇ ਨੇ। ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਔਰ ਜਾਗ, ਬੈਠਾ ਰਿਹਾ ਕਰ, ਸਵੇਰੇ ਉੱਠ ਕੇ ਬਹਿ ਜਾਇਆ ਕਰ। ਤੇ ਬਹਿ ਜਾਣ ਨਾਲ ਕੀ ਹੋਵੇਗਾ? ਕਹਿੰਦੇ ਨੇ ਜਾਗ ਕੇ ਸੰਗ ਤੇ ਵਿਛੜਾ, ਤਾਹੀਂ ਕੇ ਸੰਗ ਲਾਗ। ਇਹ ਠੀਕ ਹੈ, ਤੇਰੇ ਕੋਲੋਂ ਜਪਿਆ ਨਹੀਂ ਜਾ ਰਿਹਾ, ਜੁੜਿਆ ਨਹੀਂ ਜਾ ਰਿਹਾ, ਪਰ ਜਿਹਦੇ ਲਈ ਬੈਠਾ ਹੈ ਨਾ ਉਹਨੂੰ ਪਤਾ ਹੈ ਵੀ ਮੇਰੇ ਵਾਸਤੇ ਹੀ ਬੈਠਾ ਹੋਇਆ, ਹੋਰ ਕਿਸੇ ਲਈ ਨਹੀਂ ਬੈਠਾ ਹੋਇਆ। ਉਹ ਬੈਠਣਾ ਹੀ ਪ੍ਰਵਾਨ ਕਰ ਲੈਂਦਾ। ਇਸ ਲਈ ਸਵੇਰ ਦਾ ਪਹਿਰ, ਬਚਪਨ ਵਿੱਚ ਨਿੰਦਰਾ ਜ਼ਿਆਦਾ ਹੁੰਦੀ ਹੈ, ਬੁਢਾਪੇ 'ਚ ਘਟ ਜਾਂਦੀ ਹੈ। ਪਤਾ ਕਿਉਂ ਪਰਮਾਤਮਾ ਨਿੰਦਰਾ ਘੱਟ ਕਰ ਦਿੰਦਾ ਹੈ? ਕਹਿੰਦਾ ਹੁਣ ਸਾਰੀ ਜ਼ਿੰਦਗੀ ਸੌਂ ਸੌਂ ਕੇ ਲੰਘਾ ਲਈ ਹੈ ਤੇ ਹੁਣ ਤੇ ਅੰਮ੍ਰਿਤ ਵੇਲੇ ਜਪਿਆ ਕਰ, ਹੁਣ ਤੇ ਬੈਠਿਆ ਕਰ। ਉਹਨੂੰ ਪਤਾ ਹੈ ਬਈ ਬੈਠਾ ਤੇ ਮੇਰੇ ਲਈ ਹੈ, ਹੋਰ ਕਿਸੇ ਲਈ ਨਹੀਂ ਬੈਠਾ। ਉਹ ਬੈਠਣਾ ਹੀ, ਇੰਤਜ਼ਾਰ ਹੀ ਪ੍ਰਵਾਨ ਕਰ ਲੈਂਦਾ। ਇਸ ਲਈ ਇਹ ਵੱਡੀ ਖੇਡ ਗੁਰੂ ਨਾਨਕ ਦੇ ਘਰ ਹੈ। ਸਿੱਖ ਦਾ ਦਿਨ ਸਵਾ ਪਹਿਰ ਰਾਤ ਰਹਿੰਦਿਆਂ ਸ਼ੁਰੂ ਹੋ ਜਾਂਦਾ, ਸੁੱਤੇ ਨਹੀਂ ਰਹਿਣਾ। ਤੇ ਮਹਾਰਾਜ ਸਵਯੰ ਇਹ ਕਰਦੇ ਰਹੇ ਨੇ, ਆਪ ਅੰਮ੍ਰਿਤ ਵੇਲੇ ਜਾਗਦੇ ਪਏ ਨੇ। ਖਾਣ ਪਾਣ ਕਰ ਜਾਮਣੀ, ਸੁਖ ਤੇ ਪਰਸ ਹੋਏ, ਭਈ ਭੋਰ ਜਾਗੇ ਪ੍ਰਭੂ ਸਾਵਧਾਨੇ ਹੋਏ। ਫਿਰ ਸਾਵਧਾਨ ਹੋਏ ਨੇ, ਜਾਗੇ ਨੇ। ਤੇ ਫਿਰ ਇਸ ਤਰ੍ਹਾਂ ਦੇ ਨਾਲ ਸੋਚ ਸਨਾਨੈ ਠਾਨ ਕਰ, ਜਬ ਭਇਓ ਪ੍ਰਕਾਸ਼ਾ। ਇਸ ਤਰ੍ਹਾਂ ਸਰੀਰਕ ਕਿਰਿਆ ਇਸ਼ਨਾਨ ਆਦਿਕ ਸਾਧ ਕੇ ਫਿਰ ਦਿਨ ਚੜਿਆ ਹੈ। ਹੇ ਤਰੂਡਨ ਕੇ ਤੁਰੰਗ ਅਨਵਾਇਓ ਪਾਸਾ। ਮਹਾਰਾਜ ਸੱਚੇ ਪਾਤਸ਼ਾਹ ਨੇ ਘੋੜੇ ਤੇ ਸਵਾਰ ਹੋਣ ਲਈ ਆਪਣੇ ਜਾਨ ਭਾਈ ਘੋੜੇ ਨੂੰ ਆਪਣੇ ਕੋਲ ਸਦਵਾਇਆ, ਬੁਲਵਾਇਆ, ਆਖਿਆ ਲਿਆਓ ਕੋਲ। ਜੋਧ ਸਹਿਤ ਜੋਧਾ ਸਕਲ ਕਰ ਕਰ ਨਿਜ ਤਿਆਰੀ। ਭਾਈ ਜੋਧ ਰਾਏ ਜੀ, ਭਾਈ ਸਲੇਮ ਸ਼ਾਹ ਤੇ ਹੋਰ ਸਾਰੇ ਯੋਧੇ, ਧੰਨ ਧੰਨ ਬਹਾਦਰ ਬਾਬਾ ਬਿਧੀ ਚੰਦ ਜੀ ਇਤਿਆਦਿਕ ਜਿਹੜੇ ਸੂਰਬੀਰ ਹਨ। ਸੀਨ ਪਵੰਗਮ ਪਾਏ ਕਰ ਠਾਨੀ ਅਸਵਾਰੀ। ਉਹਨਾਂ ਨੇ ਘੋੜਿਆਂ ਦੀਆਂ ਕਾਠੀਆਂ ਪਾ ਲਈਆਂ, ਤਿਆਰੀ ਆਪਣੀ ਆਪਣੀ ਕਰ ਲਈ ਹੈ। ਦੁੰਧਬ ਬਾਜਤ ਸ਼ਬਦ ਬੜ ਸਤਗੁਰ ਚੜ੍ਹ ਚਾਲੇ। ਤੇ ਵੱਡਾ ਨਗਾਰਾ ਵੱਜਿਆ। ਉਹ ਨਗਾਰਾ ਐਸਾ ਹੈ ਜਿਹੜਾ ਹਰ ਇੱਕ ਨੂੰ ਅੰਦੋਲਿਤ ਕਰ ਦਿੰਦਾ, ਅੰਦਰੋਂ ਵਾਈਬ੍ਰੇਟ ਕਰ ਦਿੰਦਾ, ਉਹਦੀ ਧੁਨੀ ਵਾਈਬ੍ਰੇਟ ਕਰਦੀ ਹੈ। ਇਹ ਨਗਾਰਾ ਗੁਰੂ ਨਾਨਕ ਦੇ ਘਰ ਵਿੱਚ ਹੈ, ਬਾਕੀ ਥਾਈ ਨਹੀਂ। ਨਫੀਰੀਆਂ ਹੈ, ਨਗਾਰਾ ਗੁਰੂ ਨਾਨਕ ਦੇ ਘਰ ਵਿੱਚ ਹੈ। ਤੇ ਨਗਾਰਾ ਕੋਈ ਸਾਜ਼ ਨਹੀਂ ਹੈ ਬਈ ਇਹ ਕੋਈ ਢੋਲਕ ਹੈ, ਕੋਈ ਮ੍ਰਿਦੰਗ ਹੈ, ਕੋਈ ਇਸ ਤਰ੍ਹਾਂ ਦਾ ਸਾਜ਼ ਨਹੀਂ। ਕਿਉਂਕਿ ਜੇ ਸਾਜ਼ ਹੋਵੇ ਤੇ ਇਹਨੂੰ ਸੁਰ ਵੀ ਕਰਨਾ ਪਏ, ਫਿਰ ਇਹਦੇ ਨਾਲ ਗਾਉਣ ਵਾਸਤੇ ਕੰਠ ਵੀ ਸੁਰ ਤਾਲ ਮਿਲਾਉਣਾ ਪਵੇ। ਇਹ ਸਾਜ਼ ਨਹੀਂ ਹੈ, ਇਹ ਪਾਰ ਬ੍ਰਹਮ ਪਰਮੇਸ਼ਵਰ ਦੀ ਆਵਾਜ਼ ਹੈ, ਉਹਦੀ ਗੂੰਜ ਹੈ। ਨਗਾਰਾ ਵੱਜਦਾ, ਪਰਮਾਤਮਾ ਗੱਜਦਾ, ਗੁਰਸ਼ਬਦੀ ਗੋਬਿੰਦ ਗੱਜਿਆ। ਔਰ ਇਸ ਤਰ੍ਹਾਂ ਦੇ ਨਾਲ ਇਹ ਨਗਾਰਾ ਵੱਜਿਆ, ਮਹਾਰਾਜ ਜੀ ਦਾ ਪਾਰ ਬ੍ਰਹਮ ਪਰਮੇਸ਼ਵਰ ਦੀ ਆਵਾਜ਼ ਗੂੰਜੀ ਤੇ ਪ੍ਰਸਥਾਨ ਦੀ ਤਿਆਰੀ ਹੋਈ ਹੈ। ਕਰਤੇ ਬਿਰਤ ਅਖੇਰ ਕੋ ਹਨ ਮਿਰਗਨ ਵਿਸਾਲੇ। ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਨਗਾਰਾ ਵਜਾ ਕੇ ਫਿਰ ਚੜ ਚੱਲੇ ਹਨ ਤੇ ਰਸਤੇ ਵਿੱਚ ਅਖੇਰ ਬਿਰਤ ਕਰਦੇ ਹੋਏ ਵੱਡੇ ਵੱਡੇ ਮਿਰਗ ਵਿਸ਼ਾਲ ਜਿਹੜੇ ਹਨ। ਕਰਤ ਬਤਕ ਬਜੋਦ ਮੋ ਮੁਖ ਹਾਸ ਬਿਲਾਸੇ। ਫਿਰ ਸਾਹਿਬ ਸੱਚੇ ਪਾਤਸ਼ਾਹ ਹੱਸਦੇ ਵੀ ਨੇ ਆਪਣੇ ਸਿੱਖਾਂ ਨਾਲ।
ਗੱਲਬਾਤ ਵੀ ਕਰਦੇ ਨੇ ਤੇ ਕੋਈ ਬਹਾਨਾ ਪਾ ਕੇ ਕੋਈ ਗੱਲ ਕਰਕੇ ਹੱਸਣ ਵੀ ਲੱਗ ਪੈਂਦੇ। ਮਹਾਰਾਜ ਮੁਸਕਰਾਉਂਦੇ ਨੇ, ਪ੍ਰਸੰਨ ਹੁੰਦੇ ਨੇ, ਤਿਉੜੀਆਂ ਪਾ ਕੇ ਨਹੀਂ ਰਹਿੰਦੇ। ਗੁਰੂ ਨਾਨਕ ਦੇ ਮਹਾਰਾਜ ਜੀ ਦੇ 10 ਜਾਮੇ ਹੀ ਗੱਲ ਮੁਸਕਰਾ ਕੇ ਕਰਦੇ ਰਹੇ ਨੇ, ਹੱਸ ਕੇ ਕਰਦੇ ਰਹੇ। ਕਈ ਐਵੇਂ ਹੀ ਕਹੀ ਜਾਂਦੇ ਨੇ ਜੀ ਫਲਾਣਾ ਪਾਤਸ਼ਾਹ ਜ਼ਿੰਦਗੀ 'ਚ ਹੱਸਿਆ ਹੀ ਨਹੀਂ, ਐਵੇਂ ਗੱਲ। ਹਰ ਜਨ ਗੁਣ ਗਾਵਤ ਹੱਸਿਆ, ਹੱਸਣਾ ਚਾਹੀਦਾ, ਖੁਸ਼ ਹੋਣਾ ਚਾਹੀਦਾ, ਪਰ ਹਾਸਾ ਮਲੀਨ ਨਾ ਹੋਵੇ, ਹਾਸਾ ਪਵਿੱਤਰ ਹੋਵੇ। ਦੂਜੇ ਦੀਆਂ ਕਮਜ਼ੋਰੀਆਂ ਤੇ ਹੱਸਣਾ ਮਲੀਨ ਹਾਸਾ ਹੈ, ਪ੍ਰਭੂ ਪਿਆਰ ਵਿੱਚ ਮੁਸਕਰਾਹਟ ਆ ਜਾਏ ਪਵਿੱਤਰ ਹਾਸਾ ਹੈ, ਉਹਦੇ ਨਾਲ ਦੁੱਖ ਰੋਗ ਕੱਟਦੇ ਨੇ। ਤੇ ਮਹਾਰਾਜ ਹਾਸ ਵਿਲਾਸ ਕਰਦੇ ਪਏ ਹਨ ਭਾਈ ਜੋਧ ਨਾਲ, ਕੋਈ ਨਾ ਕੋਈ ਗੱਲ ਮਹਾਰਾਜ ਆਪ ਹੀ ਸ਼ੁਰੂ ਕਰ ਲੈਣ ਤੇ ਇਸ ਤਰ੍ਹਾਂ ਹੱਸਦੇ ਹੋਏ, ਹਾਸ ਵਿਲਾਸ ਕਰਦੇ ਹੋਏ ਚੱਲ ਰਹੇ ਹਨ। ਕਾਂਗੜਪੁਰ ਪ੍ਰਾਪਤ ਪਏ ਉਤਰੇ ਤਿਸ ਪਾਸੇ। ਇਸ ਤਰ੍ਹਾਂ ਭਾਈ ਜੋਧ ਰਾਏ ਜੀ ਦੇ ਕੋਲ ਜਿਹੜਾ ਉਹਦਾ ਨਗਰ ਹੈ ਕਾਂਗੜ, ਉੱਥੇ ਆ ਪਹੁੰਚੇ ਹਨ ਤੇ ਕੋਲ ਉਤਰੇ ਹਨ। ਆਵਤ ਭਇਓ ਪ੍ਰਿਅੰਕ ਬਰ ਤਤਕਾਲ ਡਸਾਇਓ। ਭਾਈ ਜੋਧ ਰਾਏ ਜੀ ਦੇ ਘਰੋਂ ਵੱਡਾ ਸੋਹਣਾ ਪਲੰਗ ਆਇਆ ਤੇ ਝਟਪਟ ਉਹਨੂੰ ਵਿਛਾ ਦਿੱਤਾ। ਪਹਿਲੇ ਥੱਲੇ ਦਰੀਆਂ ਫਰਸ਼ ਆਦਿਕ ਵਿਛਾਏ, ਫਿਰ ਸੋਹਣਾ ਬਿਸਤਰਾ ਵਿਛਾਇਆ, ਫਿਰ ਸੋਹਣਾ ਉੱਪਰ ਪੋਸ ਵਿਛਾਇਆ ਤੇ ਫਿਰ ਵੱਡਾ ਉਪਧਾਨ, ਵੱਡਾ ਸਿਰਹਾਣਾ ਰੱਖਿਆ ਮਹਾਰਾਜ ਜੀ ਦੇ ਬਿਰਾਜਣ ਵਾਸਤੇ। ਸ੍ਰੀ ਸਤਿਗੁਰ ਬੈਠੇ ਤਵੈ ਮੁਖ ਤੇ ਫੁਰਮਾਇਓ। ਮਹਾਰਾਜ ਸੱਚੇ ਪਾਤਸ਼ਾਹ ਬੈਠ ਗਏ ਹਨ। ਇਹ ਇੰਤਜ਼ਾਰ ਨਹੀਂ ਕੀਤਾ ਬਈ ਜੋਧ ਰਾਏ ਆਖੇ ਮਹਾਰਾਜ ਬੈਠੋ ਤੇ ਫਿਰ ਬੈਠੀਏ। ਜੈਸੇ ਪਲੰਗ ਵਿਛਿਆ, ਉਪਾਧਾਨ ਪਿੱਛੇ ਰੱਖਿਆ ਗਿਆ, ਮਹਾਰਾਜ ਝਟਪਟ ਬੈਠ ਗਏ। ਇਹਦਾ ਮਤਲਬ ਇਹ ਹੈ ਸਾਧ ਸੰਗਤ, ਜਦੋਂ ਕੋਈ ਮਨੁੱਖ ਆਪਣੇ ਹਿਰਦੇ ਨੂੰ ਗੁਰੂ ਦੀ ਸੇਜ ਬਣਾ ਲੈਂਦਾ ਹੈ ਨਾ, ਫਿਰ ਸਤਿਗੁਰੂ ਪੁੱਛਦੇ ਨਹੀਂ ਵੀ ਬੈਠਾਂ ਕਿ ਨਾ ਬੈਠਾਂ, ਫਿਰ ਝਟਪਟ ਬਿਰਾਜ ਜਾਂਦੇ। ਤੇ ਫਿਰ ਜੇ ਗੁਰੂ ਬਿਰਾਜ ਜਾਏ ਤੇ ਹੁੰਦਾ ਕੀ ਹੈ? ਅੰਦਰ ਗੁਰੂ ਵਸ ਜਾਏ ਤੇ ਪ੍ਰਾਪਤ ਕੀ ਹੁੰਦਾ ਹੈ? ਇਹ ਬੋਲ ਸਾਹਿਬ ਜੀ ਦੀ ਬਾਣੀ ਦੇ ਨੇ, ਕਹਿੰਦੇ ਨੇ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਉਹਦੀ ਜੈ ਜੈਕਾਰ ਹੁੰਦੀ ਹੈ ਜਿਸ ਦੇ ਹਿਰਦੇ ਦੀ ਸੇਜ ਤੇ ਗੁਰੂ ਬਿਰਾਜ ਜਾਂਦਾ ਹੈ। ਜੋਧ ਸਾਗਮ ਨੂੰ ਸਦਨ ਬਿਸਰਾਮ ਕਰੀ ਜੈ। ਮਹਾਰਾਜ ਸੱਚੇ ਪਾਤਸ਼ਾਹ ਨੇ ਪਲੰਗ ਤੇ ਬਿਰਾਜਦੇ ਹੀ ਕਿਹਾ ਕਿ ਜੋਧ ਰਾਏ ਘਰ ਜਾ। ਬੜੀ ਦੇਰ ਹੋ ਗਈ ਸਾਡੇ ਕੋਲ ਆਇਆ, ਆਪਣੇ ਪਰਿਵਾਰ ਨੂੰ ਮਿਲਿਆ। ਜੰਗ ਵਿੱਚ ਵੱਡੀ ਸੂਰਬੀਰਤਾ ਨਾਲ ਤੁਸੀਂ ਜੂਝੇ ਹੋ, ਸਰੀਰ ਤੇ ਜ਼ਖਮ ਵੀ ਲੱਗੇ ਨੇ, ਤੇ ਤੁਸੀਂ ਆਪਣੇ ਪਰਿਵਾਰ ਵਿੱਚ ਹੁਣ ਜਾਓ, ਅਸੀਂ ਇੱਥੇ ਬੈਠ ਗਏ ਹਾਂ, ਬਿਰਾਜ ਗਏ ਹਾਂ। ਤੇ ਭਾਈ ਜੋਧ ਰਾਏ ਦੇ ਨੇਤਰਾਂ 'ਚ ਜਲ ਆ ਗਿਆ। ਸੱਚੇ ਪਾਤਸ਼ਾਹ ਜ਼ਖਮ ਕੀ ਨੇ? ਜੋਧ ਰਾਏ ਬੜਾ ਖੂਨ ਤੇਰਾ ਡੁੱਲਿਆ। ਮਹਾਰਾਜ ਖੂਨ ਕੀ ਹੈ? ਤੁਹਾਡੇ ਚਰਨਾਂ 'ਚ ਸਮਰਪਿਤ ਹੁੰਦਿਆਂ ਮੇਰੀ ਗਰਦਨ ਵੀ ਉਤਰ ਜਾਏ ਤੇ ਮੈਂ ਸੁਭਾਗਾ ਹਾਂ, ਖੁਸ਼ਕਿਸਮਤ ਹਾਂ। ਇਹ ਕੀ ਹੋਇਆ? ਖੂਨ ਡੁੱਲ ਗਿਆ ਤੇ ਕੀ ਹੋਇਆ? ਫਿਰ ਬਣ ਜਾਏਗਾ। ਜ਼ਖਮ ਹੋ ਗਏ, ਕੀ ਹੋਇਆ? ਫਿਰ ਠੀਕ ਹੋ ਜਾਣਗੇ। ਤੁਹਾਡਾ ਹੱਥ ਹੈ ਮੇਰੇ ਸਿਰ ਤੇ। ਮਹਾਰਾਜ ਕਹਿਣ ਲੱਗੇ ਨਹੀਂ, ਜਾਓ ਆਪਣੇ ਘਰ ਜਾ ਕੇ ਹੁਣ ਬੱਚਿਆਂ ਵਿੱਚ, ਪਰਿਵਾਰ ਵਿੱਚ ਵਿਸਰਾਮ ਕਰੋ। ਮਿਲੋ ਸਕਲ ਪਰਿਵਾਰ ਸੋ ਸੁਖ ਦੀਜੈ। ਨਾਲੇ ਆਪਣੇ ਪਰਿਵਾਰ ਨੂੰ ਸੁਖ ਨਾਲ ਮਿਲੋ, ਉਹਨਾਂ ਤੋਂ ਬੱਚਿਆਂ ਤੋਂ ਸੁਖ ਪ੍ਰਾਪਤ ਕਰੋ ਤੇ ਉਹਨਾਂ ਨੂੰ ਸੋਹਣੇ ਬੋਲਾਂ ਨਾਲ ਸੁਖ ਦੇਵੋ। ਆਪਣੇ ਘਰ ਹੁਣ ਜਾਓ। ਆਏ ਸਮਾਨ ਗਇਓ ਕਰ ਆਈ ਤਿਸ ਦਾਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਮੰਨ ਕੇ ਤੇ ਆਪਣੇ ਘਰ ਆ ਗਿਆ। ਤੇ ਉਸ ਦੀ ਜਿਹੜੀ ਪਤਨੀ ਹੈ, ਇਸਤਰੀ, ਉਹ ਆਈ ਹੈ। ਲਗੇ ਕਾਵਗਨ ਤਨ ਵਿਖੈ ਪਤ ਸੂਰ ਨਿਹਾਰਾ। ਜਦੋਂ ਦੇਖਿਆ ਬਈ ਦਰਵਾਜ਼ੇ ਤੇ ਮੇਰਾ ਪਤੀ ਸੂਰਮਾ ਆਇਆ ਹੈ ਜੰਗ ਜਿੱਤ ਕੇ,
ਉਸਨੇ ਆਪਣੇ ਢੰਗ ਨਾਲ ਸਨਮਾਨ ਕੀਤਾ। ਦੇਖਿਆ ਬਹੁਤ ਜ਼ਖਮ ਲੱਗੇ ਹੋਏ ਨੇ, ਕਈ ਜਗ੍ਹਾ ਪੱਟੀਆਂ ਵੱਜੀਆਂ ਹੋਈਆਂ ਹਨ। ਜਾਣਿਓ ਪਇਓ ਸਹਾਏ ਗੁਰ ਏ ਤਿਕਰਣ ਕਾਲਾ। ਉਸਨੇ ਸਮਝ ਲਿਆ ਬਈ ਇਹ ਐਨੇ ਜ਼ਖਮ ਲੱਗੇ ਨੇ, ਐਨਾ ਜੰਗ ਭਿਆਨਕ ਹੋਇਆ, ਤੇ ਜਿਹੜਾ ਮੇਰਾ ਪਤੀ ਬਚ ਗਿਆ ਹੈ ਨਾ, ਗੁਰੂ ਦੀ ਸਹਾਇਤਾ ਹੋਈ। ਗੁਰੂ ਦੀ ਸੈਨਾ ਦੀ ਸਹਾਇਤਾ ਕਰਦਿਆਂ ਮੇਰਾ ਪਤੀ ਜੂਝਿਆ ਹੈ, ਤੇ ਗੁਰੂ ਦੀ ਸਹਾਇਤਾ ਮਿਲਣ ਨਾਲ ਮੇਰਾ ਪਤੀ ਬਚ ਗਿਆ। ਦੋਵਾਂ ਗੱਲਾਂ ਵਿੱਚ ਆਪਣਾ ਬਲ ਨਹੀਂ ਹੈ, ਆਪਣੀ ਹਉਮੈ ਨਹੀਂ ਹੈ ਵੀ ਮੇਰਾ ਪਤੀ ਬਹੁਤ ਤਕੜਾ ਹੈ, ਬੜਾ ਬਲਸ਼ਾਲੀ ਹੈ ਤਾਂ ਬਚ ਗਿਆ। ਗੁਰੂ ਦੀ ਮਿਹਰ ਸਦਕਾ, ਗੁਰੂ ਦੀ ਸੈਨਾ ਦੀ ਸਹਾਇਤਾ ਲਈ ਜੰਗ ਵਿੱਚ ਸ਼ਾਮਲ ਹੋਇਆ, ਤੇ ਗੁਰੂ ਦੀ ਮਿਹਰ ਸਦਕਾ, ਗੁਰੂ ਦੀ ਸਹਾਇਤਾ ਕਰਕੇ ਬਚ ਗਿਆ, ਬਚਾ ਲਿਆ ਹੈ ਗੁਰੂ ਨੇ। ਜੀਅਤ ਪਿਖਿਓ ਨਿਜ ਕੰਤ ਕੋ ਬਲ ਕਰੇ ਵਿਸਾਲਾ। ਪਤਾ ਲੱਗਿਆ ਵੀ ਬੜਾ ਬਲ ਕਰਕੇ, ਬੜੇ ਜ਼ੋਰ ਨਾਲ ਜੰਗ ਵਿੱਚ ਜੂਝਿਆ ਹੈ, ਤੇ ਆਪਣੇ ਪਤੀ ਨੂੰ ਜਿਉਂਦਾ ਘਰ ਆਇਆ ਤੱਕਿਆ ਹੈ। ਅਬ ਬੁਝਿਓ ਸਭ ਕਹਿਤ ਪਾ ਗੁਰ ਸਮਨਹਿ ਦੂਜਾ। ਫਿਰ ਉਸਨੇ ਪੁੱਛਿਆ ਭਾਈ ਜੋਧਰਾਏ ਦੀ ਸੁਪਤਨੀ ਨੇ, ਜੰਗ ਕਿਵੇਂ ਰਿਹਾ? ਤੇ ਭਾਈ ਜੋਧਰਾਏ ਕਹਿਣ ਲੱਗੇ ਗੁਰੂ ਦੇ ਬਰਾਬਰ ਕੋਈ ਨਹੀਂ ਹੈਗਾ। ਉਹਨਾਂ ਪੁੱਛਿਆ ਜੰਗ ਕਿਹੋ ਜਿਹਾ? ਇਹਨਾਂ ਜੰਗ ਦੀ ਗੱਲ ਨਹੀਂ ਕੀਤੀ, ਆਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਰਾਬਰ ਕੋਈ ਨਹੀਂ ਹੈਗਾ। ਇੱਕ ਜੈਕਾਰਾ ਸਾਰੇ ਮਿਲ ਕੇ ਗਜਾਓ ਤੇ ਹੋਰ ਵੀ ਆਨੰਦ ਬਣ ਜਾਏ। ਮਹਾਰਾਜ ਸੱਚੇ ਪਾਤਸ਼ਾਹ ਦਾ ਸਿੱਖ ਹੈ, ਇਹਦਾ ਮਤਲਬ ਹੈ ਜੰਗ ਵਿੱਚ ਜੂਝਦਿਆਂ ਵੀ ਸਾਹਮਣੇ ਗੁਰੂ ਹੀ ਰਿਹਾ, ਵੀ ਗੁਰੂ ਵਰਗਾ ਕੋਈ ਨਹੀਂ। ਮਹਾਰਾਜ ਫਰਮਾਨ ਵੀ ਕਰਦੇ ਨੇ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਹੀਂ ਹੋਰ। ਗੁਰੂ ਵਾ ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। श्री गुरु दयाल की दया न आन देव, मैं जो खंड ब्रह्मंड उदय अस्तलोताई है, गुरु वर्गा कोई नहीं। अखण लगा है सुमते, गुरु हरगोबिंद साहब दे बराबर कोई नहीं दूजा है। सकल कला समरथ बलि सगरे जग पूजा। सर्व कला समरथ ने, बली ने, ते सारे जगत दे पूजनीक हन। जहाँ जथा ठाने तथा माने सुरयाना। अपने जंग बारे एक भी शब्द नहीं किया, पत्नी दे सामने गुरु साहब की महिमा करी जा रहा। आख्या हे सुमते, गुरु इतना समर्थ है, इतना बली है, जो चाहे कर सकते हैं। ਤੇ ਵੱਡੇ ਵੱਡੇ ਦੇਵਤੇ ਮਹਾਰਾਜ ਜੀ ਦੀ ਆਨ ਮੰਨਦੇ ਹਨ, ਝੁਕਦੇ ਹਨ। ਵੱਡੇ ਭਾਗ ਹਮਰੇ ਪਏ ਮਿਲ ਕੀਏ ਸੁਖ ਨਾਨਾ। ਆਖਿਆ ਜੰਗ ਬਾਰੇ ਕੁਝ ਦੱਸੋ। ਭਾਈ ਜੋਧਰਾਏ ਕਹਿਣ ਲੱਗੇ ਜੰਗ ਬਾਰੇ ਕੀ ਦੱਸਾਂ, ਗੁਰੂ ਹਰਗੋਬਿੰਦ ਸਾਹਿਬ ਬਾਰੇ ਸੁਣ, ਉਹ ਮੈਂ ਦੱਸ ਰਿਹਾ। ਬੜੇ ਸੋਹਣੇ ਬੋਲ ਭਾਈ ਸਾਹਿਬ ਜੀ ਨੇ अपनी कलम द्वारा लिखे ने। आख्या कौन इस तरह बड़े भाग हमरे पए मिल किए सुख नाना। साडे वड्डे भाग ने, सानू तो बड़े सुख महाराज ने दिते ने। अपनी बहादुरी का कोई किस्सा नहीं, कमाल की गल है। असी कई बारी सारी जिंदगी किसी काम लई तरलो मच्छी होंदे आ, परेशान होंदे आ, अरदासां करदे आ, कड़ा प्रसाद दी देख कराउंदे आ, महाराज नूं तरस आ जांदा है ते काम कर दिंदे ने। ते फिर असीं कहने आ बई मैं ऐ गल कीती, अगले नूं गल ही नहीं आई। बई अगे तां तेरे मूँह विच इह ज़बान है ही सी, बड़ियां गल्लां तूं कीतीआं,
ਕੰਮ ਤਾਂ ਗੁਰੂ ਕਰਦਾ ਹੈ, ਪਰ ਦਾਵਾ ਅਸੀਂ ਕਰਦੇ ਆ ਵੀ ਮੈਂ ਕੀਤਾ, ਮੈਂ ਕੀਤਾ। ਬਸ ਇਹ ਆਦਤ ਬਣਾ ਲਈਏ, ਗੁਰੂ ਤੂੰ ਕੀਤਾ ਹੈ, ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨਾ ਕੋਈ। ਵਡਿਆਈ ਗੁਰੂ ਸਾਹਿਬ ਦੀ ਕਰ ਰਹੇ ਹਨ। ਤੇ ਪਾਏ ਜਸ ਕੋ ਲਿਓ ਗਨ ਤੁਰਕ ਖਪਾਏ। ਆਖਿਆ ਗੁਰੂ ਪਾਤਸ਼ਾਹ ਨੇ ਜੋ ਕੀਤਾ ਹੈ, ਉਹਨਾਂ ਨੇ ਫਤਿਹ ਪ੍ਰਾਪਤ ਕੀਤੀ, ਉਹਨਾਂ ਨੇ ਫਤਿਹ ਝੋਲੀ ਚ ਪਾਈ, ਤੇ ਬਹੁਤ ਸਾਰੇ ਤੁਰਕਾਂ ਨੂੰ ਜੋ ਚੜ ਕੇ ਆਏ ਸਨ ਖਪਾ ਦਿੱਤਾ ਹੈ। ਕੌਣ ਕਰੈ ਅਸ ਜੰਗ ਕੋ ਲਸਕਰ ਵਡਿਆਏ। ਖਪਾਉਣ ਦਾ ਮਤਲਬ ਹੁੰਦਾ ਇੱਕ ਤੇ ਖਤਮ ਕਰ ਦੇਣਾ, ਤੇ ਦੂਜਾ ਹੁੰਦਾ ਅਗਲਾ ਖਪ ਖਪ ਕੇ ਮਰਦਾ, ਖਪ ਖਪ ਮਰੇ, ਖਪ ਖਪ ਕੇ ਮਰਦਾ, ਬਹੁਤ ਪਰੇਸ਼ਾਨ ਕਲਪਦਾ ਵੀ ਹਾਏ ਹੋ ਕੀ ਗਿਆ। ਉਹਨਾਂ ਦੇ 25,000 ਸੈਨਿਕ ਤਾਂ ਰਾਤ ਰਾਤ 'ਚ ਹੀ ਮਰ ਗਏ ਸਨ, ਖਪਦੇ ਤੇ ਹੋਣਗੇ ਹੀ। ਬਾਕੀ ਖਪ ਖਪ ਕੇ ਖਪ ਗਏ ਹਨ, ਇਹ ਗੁਰੂ ਦੀ ਕਲਾ ਹੈ। ਹਾਂਜੀ, ਤੁਰਕ ਹੋਤੇ ਬਾਡੋ ਬਹੁ ਅਧਿਕ ਹੀ ਹਮ ਪਟ ਬਹੁ ਥੋਰੇ। ਕੌਣ ਕਰੇ ਅਸ ਜੰਗ ਕੋ ਲਸ਼ਕਰ ਵੱਡ ਆਏ। ਭਲੀਏ ਪੁਰਖੇ 35,000 ਸੈਨਿਕ ਬਾਦਸ਼ਾਹ ਦੇ, ਤੇ ਅਸੀਂ ਕੁੱਲ 4,000। ਜੰਗ ਥੋੜੀ ਹੋ ਸਕਦਾ ਸੀ, ਇਹ ਤਾਂ ਖੁਦਕੁਸ਼ੀ ਕਰਨ ਵਾਲੀ ਗੱਲ ਸੀ। ਐਨੀ ਵੱਡੀ ਸੈਨਾ ਦੇ ਸਾਹਮਣੇ ਐਨੇ ਕੁ ਚਲੇ ਜਾਣ, ਇਹ ਤਾਂ ਆਤਮ ਹੱਤਿਆ ਕਰਨ ਦੇ ਬਰਾਬਰ। ਇਹਨੂੰ ਜੰਗ ਥੋੜੀ ਕਹਿੰਦੇ ਨੇ। ਬਹੁਤ ਚੜ ਕੇ ਆ ਗਏ। ਕੌਣ ਕਹੇ, ਬੜੇ ਸੋਹਣੇ ਬੋਲ ਨੇ, ਕੌਣ ਕਹੇ ਅਸ ਜੰਗ ਕੋ ਲਸ਼ਕਰ ਵੱਡ ਆਏ। ਫਿਰ ਉਹਨਾਂ ਕੋਲ ਹਥਿਆਰ ਬੜੇ ਤਕੜੇ, ਸੈਨਿਕ ਬੜੇ ਤਕੜੇ, ਯੁੱਧ ਕਲਾ ਕੌਸ਼ਲ ਦੇ ਮਹਾਂ ਗਿਆਤਾ, ਤੇ ਸਾਡੇ ਕੋਲ 4,000। ਐਨੀ ਕਿ ਸੈਨਾ ਲੈ ਕੇ ਐਨੇ ਲੋਕਾਂ ਦੇ ਸਾਹਮਣੇ ਆ ਜਾਣਾ, ਇਹ ਤਾਂ ਜੰਗ ਥੋੜੀ ਹੈ, ਇਹ ਤਾਂ ਭਲੀਏ ਲੋਕੇ ਮਰਨ ਵਾਲੀ ਗੱਲ। ਪਰ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਇਹ ਜਿਹੜੀ ਵਿਜੈ ਦਿਵਾਈ ਹੈ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿਵਾਈ ਹੈ। ਤੁਰਕ ਹੋਤੇ ਬਹੁ ਅਧਿਕ ਹੀ ਹਮ ਪਟ ਬਹੁ ਥੋਰੇ। ਤੁਰਕਾਂ ਦੀ ਗਿਣਤੀ ਤਾਂ ਬੜੀ ਜ਼ਿਆਦਾ ਸੀ, ਅਸੀਂ ਤੇ ਥੋੜੇ ਜਿਹੇ ਨਾਮ ਮਾਤਰ ਹੀ ਸਾਂ। ਰਣ ਕਰ ਯਮ ਮਾਰੇ ਸਕਲ ਕਰ ਜੋਰਤ ਛੋਰੇ। ਜੰਗ ਵਿੱਚ ਸਾਰੇ ਦੇ ਸਾਰੇ ਤੁਰਕ ਖਪ ਗਏ, ਤੇ ਕੁਝ ਹੱਥ ਜੋੜਨ ਲੱਗ ਪਏ, ਉਹਨਾਂ ਨੂੰ ਅਸੀਂ ਛੱਡ ਦਿੱਤਾ। ਕਿਉਂਕਿ ਜਿਹੜਾ ਹਥਿਆਰ ਸੁੱਟ ਦੇਵੇ ਤੇ ਹੱਥ ਜੋੜ ਦੇਵੇ, ਫਿਰ ਉਸ ਤੇ ਵਾਰ ਨਹੀਂ ਕਰੀਦਾ। ਹਾਂਜੀ, ਇਤਿਆਦਿਕ ਪਤ ਸੇ ਸੁਨੀ ਮਨ ਆਨੰਦ ਉਪਾਈ। ਜਦ ਇਹ ਗੱਲਾਂ ਆਪਣੇ ਪਤੀ ਭਾਈ ਜੋਧ ਰਾਏ ਜੀ ਤੋਂ ਉਹਨਾਂ ਦੀ ਸੁਪਤਨੀ ਨੇ ਸੁਣੀਆਂ, ਤੇ ਮਨ ਵਿੱਚ ਆਨੰਦ ਨਾਲ ਭਰ ਗਏ, ਰੋਮ ਰੋਮ ਰਸ ਦਾ ਸੋਮਾ ਬਣ ਗਿਆ, ਨੇਤਰਾਂ ਵਿੱਚ ਮੋਟੇ ਮੋਟੇ ਆਂਸੂ ਆ ਗਏ, ਤੇ ਮੂੰਹ ਨਿਕਲਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਨਾਲ ਸ਼ਾਮਲ ਹੋ, ਆਖੋ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬੂਝਤ ਅਨਕ ਅਕੋਰ ਲੈ ਸਤਗੁਰ ਟਿਗਿਆਏ। ਔਰ ਇਸ ਤਰ੍ਹਾਂ ਦੇ ਨਾਲ ਬੂਝਤ ਅਨਕ ਅਕੋਰ ਲੈ ਸਤਗੁਰ ਟਿਗ ਆਈ। ਆਖਿਆ ਫਿਰ ਠੀਕ ਹੈ, ਤੁਸੀਂ ਹੁਣ ਬਸਤਰ ਬਦਲ ਲਓ, ਇਸ਼ਨਾਨ ਆਦਿਕ ਕਰ ਲਓ, ਤੇ ਮੈਂ ਪਹਿਲਾਂ ਐਸੇ ਗੁਰੂ ਨੂੰ ਮੱਥਾ ਟੇਕਾਂ। ਮਹਾਰਾਜ ਆਏ ਨੇ ਤੇ ਮੈਂ ਅੱਗੋਂ ਨਹੀਂ ਗਈ, ਹੁਣ ਮੱਥਾ ਟੇਕ ਕੇ ਆਵਾਂ, ਮੇਰਾ ਵੀ ਮਸਤਕ ਧਨ ਹੋ ਜਾਏ। ਤੁਸੀਂ ਬਸਤਰ ਬਦਲੋ, ਇਸ਼ਨਾਨ ਕਰੋ, ਤੇ ਮੈਂ ਮੱਥਾ ਟੇਕ ਕੇ ਨਮਸਕਾਰ ਕਰਕੇ ਆਉਂਦੀਆਂ ਅਨੇਕਾਂ ਹੀ ਭੇਟਾਵਾਂ ਲੈ ਕੇ। ਹਾਂਜੀ, ਦੋਨੋਂ ਹਾਥਨ ਜੋਰ ਕਰ ਪਗ ਪਰ ਤਰ ਮਾਥਾ। ਅਨੇਕਾਂ ਹੀ ਭੇਟਾਵਾਂ ਲੈ ਕੇ, ਸੇਵਕ ਸੇਵਕਾਵਾਂ ਲੈ ਕੇ ਨਾਲ ਆਈ, ਤੇ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਹੈ। ਹਾਂਜੀ, ਦਰਸ਼ਨ ਤੇ ਹਰਖਤ ਪਈ ਸਰਧਾ ਉਰਸਾਥ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਦੇਖ ਕੇ ਨਾ ਤੇ ਬਹੁਤ ਆਨੰਦਿਤ ਹੋ ਗਈ ਭਾਈ ਜੋਧ ਰਾਏ ਦੀ ਸੁਪਤਨੀ। ਜਿਵੇਂ ਕੋਈ ਬਾਵਲਾ ਹੋ ਜਾਂਦਾ ਨਾ, ਖੁਸ਼ੀ ਗਮੀ ਵੀ ਬਾਵਲਾ ਕਰ ਦਿੰਦੀ ਹੈ। ਕੋਈ ਬੰਦਾ ਦੁੱਖ ਨਾਲ ਭਰ ਜਾਏ, ਚਿੰਤਾਵਾਂ ਆ ਜਾਣ, ਬੰਦਾ ਬਾਵਲਾ ਹੋ ਜਾਂਦਾ। ਤੇ ਸੱਚ ਹੈ, ਜਦੋਂ ਹਿਰਦੇ ਵਿੱਚ
ਆਤਮ ਆਨੰਦ ਪ੍ਰਗਟ ਹੁੰਦਾ ਹੈ ਨਾ, ਸੁੱਧ ਬੁੱਧ ਨਹੀਂ ਰਹਿੰਦੀ। ਸੁੱਧ ਬੁੱਧ ਤੋਂ ਬੰਦਾ ਗੁਆਚ ਜਾਂਦਾ। ਉਹ ਆਨੰਦ ਦਾ ਅਨੁਭਵ ਕਰਨ ਲੱਗ ਪਈ। ਤੇ ਕਬੀਰ ਕਹਿੰਦੇ ਨੇ ਗੁਰੂ ਦੇ ਬਚਨਾਂ ਦਾ ਬਾਣ ਲੱਗਿਆ, ਦਰਸ਼ਨ ਹੋਇਆ। ਕਬੀਰ ਕਿਤਨੇ ਸੋਹਣੇ ਬਚਨ ਨੇ ਆਪ ਜੀ ਦੇ, ਕਿਤਨਾ ਗਹਿਰਾ ਬਚਨ ਕਰਦੇ ਨੇ। ਕਹਿੰਦੇ ਨੇ ਮੈਂ ਤਾਂ ਬਾਬਲਾ ਹੋ ਗਿਆ, ਪਾਵੋਂ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਗੁਰੂ ਦੇ ਦਰਸ਼ਨ ਦਾ ਐਸਾ ਬਾਣ ਲੱਗਿਆ, ਹੁਣ ਸੁੱਧ ਬੁੱਧ ਨਹੀਂ ਰਹੀ। ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਸ੍ਰੀ ਕ੍ਰਿਸ਼ਨ ਜਦ ਵਿਦਰ ਦੇ ਘਰ ਆਏ ਤੇ ਉਹ ਸਾਗ ਵਿੱਚ ਲੂਣ ਪਾਉਣਾ ਹੀ ਭੁੱਲ ਗਿਆ। ਭਾਈ ਲਾਲੋ ਜੀ ਨੇ ਬਿਨਾਂ ਕਿਸੇ ਦਾਲ ਸਬਜ਼ੀ ਦੇ ਹੀ ਪ੍ਰਸ਼ਾਦਾ ਕੋਦਲੇ ਦਾ ਮਹਾਰਾਜ ਦੇ ਅੱਗੇ ਰੱਖ ਦਿੱਤਾ। ਕਹੋ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਮਨੁੱਖ ਇਹੋ ਜਿਹਾ ਅਵਸਥਾ ਦੀ ਬਣ ਜਾਂਦੀ ਹੈ, ਬਿਆਨ ਨਹੀਂ ਹੁੰਦੀ ਹੈ। ਇਸ ਨੂੰ ਕੀ ਆਖੀਏ? ਲੋਕੀ ਕਈ ਵਾਰੀ ਕਹਿੰਦੇ ਨੇ ਤੇ ਪਾਗਲ ਹੀ ਹੋ ਗਿਆ, ਐਵੇਂ ਪਾਗਲਾਂ ਵਾਂਗੂ ਕਿਉਂ ਕਰਦਾ? ਕੌਣ ਦੱਸੇ ਉਸ ਆਤਮ ਆਨੰਦ ਨੂੰ ਪਹੁੰਚਦਿਆਂ ਹੋਇਆਂ ਜ਼ਬਾਨ ਵੀ ਨਹੀਂ ਕੰਮ ਕਰਦੀ, ਬੋਲ ਕੁਝ ਹੋਰ ਦੇ ਹੋਰ ਹੀ ਨਿਕਲ ਜਾਂਦੇ। ਮਾਤਾ ਸੁਲੱਖਣੀ ਨੇ, ਬੀਬੀ ਮਾਤਾ ਸੁਲੱਖਣੀ ਨੇ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਦੀ ਵਾਗ ਪਕੜੀ ਨਾ, ਤੇ ਸੁੱਧ ਬੁੱਧ ਨਾ ਰਹੀ। ਤੇ ਕਹਿਣ ਲੱਗ ਪਈ, ਮਹਾਰਾਜ ਤੁਸੀਂ ਪਾਪੀ, ਮੈਂ ਬਖਸ਼ਣਹਾਰ। ਮਹਾਰਾਜ ਤੁਸੀਂ ਬਹੁਤ ਵੱਡੇ ਪਾਪੀ, ਮੈਂ ਬਖਸ਼ਣਹਾਰ। ਤੇ ਮਹਾਰਾਜ ਮੁਸਕਰਾ ਰਹੇ ਸਨ। 2-3 ਵਾਰੀ ਉਹਨੇ ਇਹ ਗੱਲ ਦੁਹਰਾਈ, ਮਹਾਰਾਜ ਤੁਸੀਂ ਬਹੁਤ ਵੱਡੇ ਪਾਪੀ, ਮੈਂ ਬਖਸ਼ਣਹਾਰ। ਇੱਕ ਸਿੱਖ ਨੇ ਮਾਤਾ ਨੂੰ ਬਾਹੋਂ ਪਕੜਿਆ, ਇਹ ਕੀ ਕਹਿ ਰਹੀ ਹੈ ਤੂੰ, ਬਖਸ਼ਣਹਾਰ ਗੁਰੂ ਪਾਪੀ ਹੈ? ਮਹਾਰਾਜ ਕਹਿਣ ਲੱਗੇ, ਨਹੀਂ ਸਤਿਗੁਰ ਸਿੱਖਾ, ਇਹਨੂੰ 2-4 ਵਾਰੀ ਹੋਰ ਕਹਿਣ ਦੇ। ਐਡੇ ਪ੍ਰੇਮ 'ਚ ਤਾਂ ਕਿਸੇ ਆਖਿਆ ਹੀ ਨਹੀਂ। ਸ਼ਬਦਾਂ ਦੀ ਗੱਲ ਨਹੀਂ ਹੈ, ਸ਼ਬਦ ਅੱਗੇ ਪਿੱਛੇ ਹੋ ਗਏ ਨੇ, ਇਹ ਪ੍ਰੇਮ ਨਾਲ ਭਰ ਗਈ ਹੈ। ਪਰ ਜੋ ਇਹ ਕਹਿ ਰਹੀ ਉਹ ਸਾਨੂੰ ਪਤਾ ਹੈ, ਕਹਿ ਹੀ ਰਹੀ ਹੈ ਮੈਂ ਪਾਪੀ ਹਾਂ ਤੂੰ ਬਖਸ਼ਣਹਾਰ, ਕਹਿ ਹੀ ਰਹੀ ਹੈ। ਐਸਾ ਪ੍ਰੇਮ ਜਦ ਹਿਰਦੇ 'ਚ ਪ੍ਰਗਟ ਹੋਵੇ ਤੇ ਉਸ ਨੂੰ ਪ੍ਰਵਾਨ ਵੀ ਗੁਰੂ ਹੀ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਇਸ ਤਰ੍ਹਾਂ ਇਹਦੀ ਗਦਾ ਜਿਹੜੀ ਸੀ ਕੰਠ ਗਦਗਦ ਹੋ ਗਿਆ, ਗਿਰਾ ਗਦਗਦ ਹੋ ਗਈ। ਦਰਸ਼ਨ ਤੇ ਹਰਕਤ ਪਈ, ਸ਼ਰਧਾ ਔਰ ਸਾਥਾ, ਤੇ ਹਿਰਦਾ ਸ਼ਰਧਾ ਨਾਲ ਭਰ ਗਿਆ। ਇਹ ਜਦ ਪਲ ਆਉਂਦਾ ਹੈ ਨਾ, ਵਡਭਾਗਿਆਂ ਤੇ ਆਉਂਦਾ, ਫਿਰ ਮਨੁੱਖ ਚਾਹੁੰਦਾ ਹੈ ਵੀ ਇਹ ਦ੍ਰਿਸ਼ ਬਣਿਆ ਰਹੇ। ਇੱਕ ਫਕੀਰ ਬੜੀ ਦੇਰ ਤੋਂ ਬੁਲਾ ਰਿਹਾ ਸੀ ਖੁਦਾ ਨੂੰ। ਇੱਕ ਦਿਨ ਸੁਪਨਾ ਆ ਗਿਆ, ਖੁਦਾ ਆ ਗਿਆ ਤੇ ਆਖਣ ਲੱਗਾ, ਫਕੀਰਾ ਤੂੰ ਰੋਜ਼ ਦੀਦਾਰ ਕਰਦਾ ਰਹਿਣਾ, ਲੈ ਅੱਜ ਆ ਗਿਆ, ਕਰ ਲੈ ਦੀਦਾਰ। ਪਰ ਦੱਸ ਦੇਣਾ ਇਹ ਸੁਪਨ ਦੀਦਾਰ ਹੈ, ਪ੍ਰਤੱਖ ਦੀਦਾਰ ਨਹੀਂ ਹੈ। ਆਖਿਆ ਖੁਦਾ ਤੂੰ ਕਿੰਨਾ ਚੰਗਾ ਹੈ, ਦੱਸ ਦਿੱਤਾ ਹੈ। ਖੁਦਾ ਨੇ ਕਿਹਾ ਫਿਰ ਜੋ ਮੰਗਣਾ ਮੰਗ ਲੈ। ਤੇ ਫਕੀਰ ਕਹਿਣ ਲੱਗਾ, ਖੁਦਾਇਆ ਫਿਰ ਜੇ ਸੁਪਨ ਦੀਦਾਰ ਹੈ ਨਾ, ख्वाब ਦੀਦਾਰ ਹੈ, ਤਾਂ ਫਿਰ ਮੈਂ ਇਹ ਮੰਗਦਾ, ਹੁਣ ਮੈਨੂੰ ਜਾਗ ਕਦੀ ਨਾ ਆਵੇ। ਹੁਣ ਮੈਂ ਜਾਗਣਾ ਨਹੀਂ ਚਾਹੁੰਦਾ, ਹੁਣ ਮੈਂ ਸੁੱਤਾ ਹੀ ਰਵਾਂ, ਕਿਉਂਕਿ ਜਾਗਾਂਗਾ ਤੂੰ ਚਲਾ ਜਾਏਗਾ, ਸੁੱਤਾ ਰਵਾਂਗਾ ਤੂੰ ਰਵੇਂਗਾ, ਮੌਤ ਤੱਕ, ਵਕਤੇ ਕਿਆਮਤ ਤੱਕ ਹੁਣ ਮੈਨੂੰ ਜਾਗ ਨਾ ਆਵੇ। ਮਖੁਨ ਬੇਦਾਰ ਜੀ ख्वाबम खुदारा ਕਿ ਦਾਰ ਮੈਸਰ ਤੇ ਖੁਸ਼ਬਾ ਖਿਆਲਸ। ਇਹ ਅਵਸਥਾ ਬਣੀ ਰਹਿਣੀ ਚਾਹੀਦੀ। ਇਸ ਤਰ੍ਹਾਂ ਦੀ ਆਤਮ ਵਿਭੋਰ ਹੋਈ ਹੈ। ਸਿੱਖ ਤਨ ਜਾ ਕੋ ਪ੍ਰੇਮ ਲਖ ਬਰ ਗੁਰੂ ਬਖਾਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਬੱਚੀ ਦਾ ਪ੍ਰੇਮ ਦੇਖਿਆ ਤੇ ਆਪਣੀ ਮੁਬਾਰਕ ਰਸਨਾ ਤੋਂ ਫਰਮਾਇਆ, ਰਹੋ ਸੁਹਾਗਨ ਲੋਕ ਜੁਗ ਭੋਗੋ ਸੁਖ ਨਾਨਾ। ਮਹਾਰਾਜ ਕਹਿਣ ਲੱਗੇ ਸਦਾ ਸੁਹਾਗਣ ਰਹੋ ਤੇ ਲੋਕ ਪਰਲੋਕ ਦੇ ਅਨੇਕਾਂ ਸੁਖ ਤੇਰੀ ਝੋਲੀ 'ਚ ਪਏ ਰਹਿਣ।
ਇਹ ਸਦਾ ਸੁਹਾਗਣ ਨਹੀਂ ਅੱਜ ਤੱਕ ਕੋਈ ਰਿਹਾ। ਕੋਈ ਰਿਹਾ? ਕੋਈ ਪਤਨੀ ਪਹਿਲੇ ਚਲੀ ਗਈ, ਕੋਈ ਪਤੀ ਪਹਿਲੇ ਚਲਾ ਗਿਆ, ਕੋਈ ਸਦਾ ਸੁਹਾਗਣ ਨਹੀਂ, ਕੋਈ ਨਾਲ ਨਾਲ ਵੀ ਚਲਾ ਗਿਆ। ਸਦਾ ਮਤਲਬ ਹਮੇਸ਼ਾ ਲਈ। ਤੇ ਇੱਥੇ ਸਦਾ ਸੁਹਾਗਣ ਰਹਿਣ ਤੋਂ ਮੁਰਾਦ ਹੈ ਸਦਾ ਨਾਮ ਨਾਲ ਜੁੜੇ ਰਹਿਣਾ। ਇਹ ਸਦੀਵੀ ਸੁਹਾਗ, ਫਿਰ ਸੁਹਾਗ ਸਦਾ ਹੀ ਬਣਿਆ ਰਹੇ। ਹਮ ਸਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ। ਭਾਵ ਇਹਦਾ ਇਹ ਹੈ ਵੀ ਤੈਨੂੰ ਨਾਮ ਚੇਤਾਵੇ ਤੇ ਸਦਾ ਹੀ ਜੁੜੀ ਰਹੇ। ਹਾਂਜੀ, ਗੁਰ ਸਿੱਖੀ ਮੋ ਮਨ ਰਹਿ ਪੁਰਬੋ ਉਰੇ ਆਸਾ। ਸਦਾ ਤੇਰਾ ਮਨ ਗੁਰ ਸਿੱਖੀ 'ਚ ਜੁੜਿਆ ਰਹੇ ਤੇ ਆਸਾ ਪੂਰੀ ਹੋਵੇ ਨਾਮ ਜਪਣ ਦੀ। ਸੰਕਟ ਨਾਨਾ ਪਾਤ ਕੇ ਤੁਮ ਤੇ ਹੋਏ ਨਾਸਾ। ਤੇ ਅਨੇਕਾਂ ਤਰ੍ਹਾਂ ਦੇ ਸੰਕਟ ਤੇਰੇ ਨਾਸ ਹੋ ਜਾਵਣ। ਔਰ ਪ੍ਰਸੰਨ ਜਾਨਤ ਪਏ ਮਮ ਕੰਤ ਰਿਝਾਏ। ਫਿਰ ਉਸਨੇ ਕਿਹਾ, ਹੇ ਸਹਿਨਸ਼ਾਹੇ ਦੋ ਆਲਮ, ਮੇਰੀਆਂ ਪੀਰੀਆਂ ਦੇ ਦਾਤੇ, ਮੈਂ ਕੁਝ ਨਹੀਂ ਕੀਤਾ, ਮੇਰੇ ਵੱਸ ਕੁਝ ਨਹੀਂ, ਮੈਂ ਕੁਝ ਕਰ ਨਹੀਂ ਸਕਦੀ। ਇਹ ਆਪ ਦੀ ਪ੍ਰਸੰਨਤਾ ਤਾਂ ਆਪ ਦੇ ਸੇਵਕ ਜੋਧ ਰਾਏ ਦੀ ਸੇਵਾ ਕਰਕੇ ਹੈ। ਕਹਿੰਦੇ ਨੇ ਨਾ ਬਈ ਚੰਗੇ ਕੰਮ ਦਾ ਅੱਧਾ ਹਿੱਸਾ ਮਿਲ ਜਾਂਦਾ। ਮਹਾਰਾਜ ਮੈਂ ਨਹੀਂ ਕੁਝ ਕੀਤਾ, ਦੁਨੀਆ ਕਹਿੰਦੀ ਅੱਧਾ ਹਿੱਸਾ, ਪਰ ਹੇ ਦੀਨ ਦਿਆਲ ਸਤਿਗੁਰੂ ਤੁਸੀਂ ਤਾਂ 4 ਗੁਣਾ ਮੇਰੀ ਝੋਲੀ 'ਚ ਪਾ ਦਿੱਤਾ। ਲੋਕ ਪਰਲੋਕ ਨਿਹਾਲ ਕੀਤਾ ਹੈ, ਰੀਝ ਪਇਓ ਮੇਰੇ ਕੰਤ ਦੀ ਸੇਵਾ ਕਰਕੇ। ਔਰ ਪਰਮੋਦ ਕੋ ਪਾਏ ਕੈ ਸੁਭ ਦਰਸ਼ਨ ਪਾਏ। ਹਿਰਦੇ ਵਿੱਚ ਬਹੁਤ ਆਨੰਦ ਹੈ ਤੇ ਸ਼ੁਭ ਦਰਸ਼ਨ ਪ੍ਰਾਪਤ ਕੀਤੇ ਹਨ ਮਹਾਰਾਜ ਜੀ ਦੇ। ਪ੍ਰਭੂ ਜੀ ਹਮ ਸੇਵਕ ਹੈ ਤੁਮ ਹੋ ਹੇ ਰਖਵਾਰੇ। ਸਹਿਨਸ਼ਾਹੇ ਦੋ ਆਲਮ ਵਾਲੀਏ ਕੁਲ ਜਹਾਂ, ਅਸੀਂ ਤਾਂ ਸੇਵਕ ਆ ਤੁਹਾਡੇ। ਆਪਣਾ ਆਪਾਂ ਨਹੀਂ ਜਿਤਾ ਰਹੇ ਵੀ ਅਸੀਂ ਤਾਂ ਆਪਣਾ 1000 ਸੈਨਿਕ ਭੇਜਿਆ ਹੈ, 500 ਸਾਡਾ ਤੇ 500 ਸਾਡੇ ਦੇਵਰ ਦਾ। ਆਖਿਆ ਨਹੀਂ ਮਹਾਰਾਜ, ਅਸੀਂ ਸਦਾ ਹੀ ਸੇਵਕ ਹਾਂ ਤੇ ਤੁਸੀਂ ਸਾਡੇ ਰਖਵਾਲੇ ਪਾਲਣਹਾਰ ਹੋ। ਦੇਹੋ ਵਡਾਈ ਦਾਸ ਕੋਰਾ ਵਰ ਬਿਬਹਾਰੇ। ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਆਪ ਜੀ ਦਾ ਮੁੱਢ ਕਦੀਮਾਂ ਤੋਂ ਸੁਭਾਅ ਰਿਹਾ। ਆਪ ਵਡਿਆਈ ਆਪ ਨਹੀਂ ਲੈਂਦੇ, ਕੰਮ ਸਾਰੇ ਆਪ ਹੀ ਕਰਦੇ ਹੋ ਤੇ ਵਡਿਆਈ ਸੇਵਾਦਾਰਾਂ ਨੂੰ ਦੇ ਦਿੰਦੇ ਹੋ। ਕਾਰਨ ਕਰਨ ਸਮਰੱਥ ਹੋ ਜਿਮ ਚਾਹੋ ਬਣਾਵੋ। ਆਪ ਕਰਨ ਕਾਰਨ ਸਮਰੱਥ ਹੋ, ਜੋ ਚਾਹੋ ਉਹ ਕਰ ਸਕਦੇ ਹੋ। ਚਰਨ ਕਮਲ ਚਿਤ ਮੈਂ ਵਸੈ ਨ ਕਬਹੁ ਭੁਲਾਵੋ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਨਾਮ, ਚਰਨ ਕਮਲ ਦਾ ਮਤਲਬ ਹੈ ਨਾਮ ਨਾਲ ਜੁੜਨਾ। ਨਾਮ ਹੀ ਪ੍ਰਭੂ ਦੇ ਚਰਨ ਹਨ। ਜੇ ਨਾਮ ਨਾਲ ਜੁੜਿਆ ਤਾਂ ਉਹਦੇ ਚਰਨਾਂ ਨਾਲ ਜੁੜਿਆ। ਤੇ ਚਰਨਾਂ ਨਾਲ ਜੁੜਨ ਦਾ ਦੂਜਾ ਭਾਵ ਹੈ ਨਾਮ ਨਾਲ ਜੁੜਿਆ ਹੋਇਆ ਨਿਮਰਤਾ ਬਣੀ ਰਹੇ, ਹਉਮੈ ਨਾ ਆਵੇ। ਮਹਾਰਾਜ ਮੇਰਾ ਸੀਸ ਆਪ ਜੀ ਦੇ ਚਰਨਾਂ ਤੇ ਝੁਕਿਆ ਰਹੇ। ਉਨ ਪ੍ਰਣਾਮ ਕਰ ਧਾਮ ਕੋ ਡੋਰੇ ਚੜਿਆ। ਮਹਾਰਾਜ ਜੀ ਨੇ ਅਸੀਸਾਂ ਦਿੱਤੀਆਂ ਤੇ ਫਿਰ ਆਪਣੇ ਡੋਲੇ 'ਚ ਬੈਠ ਕੇ ਪਾਲਕੀ ਜਿਹੜੀ 'ਚ ਬਹਿ ਕੇ ਗਈ ਸੀ ਆਪਣੇ ਘਰ ਆਈ ਹੈ ਅਸੀਸਾਂ ਲੈ ਕੇ। ਨਿਸਕੀ ਸੇਵਾ ਸਕਲ ਹੀ ਸਭ ਬਿਦ ਪਹੁੰਚਾਈ। ਔਰ ਫਿਰ ਸ਼ਾਮਾਂ ਦਾ ਲੰਗਰ ਦਾ ਪ੍ਰਬੰਧ ਕਰਨ ਲੱਗ ਪਈ। ਇੱਕ ਇੱਕ ਚੀਜ਼ ਨੂੰ ਆਪ ਦੇਖਿਆ, ਸਾਫ਼ ਕੀਤਾ, ਤਿਆਰ ਕੀਤਾ ਤੇ ਲੰਗਰ ਦੀ ਸੇਵਾ ਪਹੁੰਚਾਈ ਗਈ ਹੈ। ਮਧੁਰ ਤੁਰਸ ਖਟ ਰਸਨ ਕੇ ਬਹੁ ਪਠਿਆ। ਮਿੱਠੇ ਤੁਰਸ ਖੱਟੇ ਕਈ ਰਸਾਂ ਦੇ ਪਦਾਰਥ ਬਹੁਤ ਸਵਾਦ ਵਾਲੇ ਭੇਜੇ ਹਨ ਬਣਾ ਕੇ। ਹਯਨ ਹੇਤ ਤ੍ਰਣ ਹਰਤ ਹਗਨ ਪਹੁੰਚੇ ਤਬ ਤੇ ਭਾਰਾ। ਮੇਰਾ ਸੈਨਿਕਾਂ ਵਾਸਤੇ ਹੀ ਭੋਜਨ ਨਹੀਂ ਤਿਆਰ ਕਰਵਾਇਆ, ਮਹਾਰਾਜ ਜੀ ਵਾਸਤੇ ਹੀ ਨਹੀਂ ਕਰਾਇਆ। ਜਿਹੜੇ ਘੋੜੇ ਨੇ, ਬੈਲ ਨੇ, ਉਹਨਾਂ ਲਈ ਵੀ ਹਰਾ ਹਰਾ ਚਾਰਾ ਭਿਜਵਾਇਆ ਹੈ। ਕਰਤ ਸਰਾਹਨ ਸਤਿਗੁਰੂ ਸੁਭ ਅਚਿਓ ਆਹਾਰੇ। ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਕਰਦੇ ਰਹੇ ਤੇ ਮਹਾਰਾਜ ਜੀ ਨੇ ਵੀ ਕਿਹਾ, ਸਰਾਇਆ, ਆਖਿਆ ਬਹੁਤ ਸਵਾਦ ਭੋਜਨ ਬਣਿਆ ਹੈ, ਭੋਜਨ ਕੀਤਾ। ਤ੍ਰਿਪਤੇ ਪਾਣੀ ਪਾਨ ਕਰ ਪੁਨ ਪਾਨ ਪਖਾਰੇ। ਫਿਰ ਮਹਾਰਾਜ ਜੀਆਂ ਨੇ ਜਲ ਵੀ ਛਕਿਆ ਤੇ ਹੱਥ ਸਾਫ਼ ਕੀਤੇ, ਹੱਥ ਪਖਾਰੇ ਧੋਤੇ ਹਨ। ਪਤ ਜਥਾ ਸੁਖ ਜਾਮਨੀ ਜਾਗੇ ਜਬ ਜਾਮ। ਫਿਰ ਇਸ ਤਰ੍ਹਾਂ ਰਾਤ ਨੂੰ ਆਰਾਮ ਕੀਤਾ, ਫਿਰ ਅੰਮ੍ਰਿਤ ਵੇਲੇ ਜਾਗੇ ਹਨ। ਸੋਚ ਸਨਾਨ ਠਾਨ ਕਰ ਬ੍ਰਤ ਆਤਮ ਰਾਮ। ਇਸ਼ਨਾਨ ਆਦਿ ਕਰਕੇ ਆਤਮ ਰਾਮੂ
ਆਪਣੇ ਆਤਮ ਰਸ ਵਿੱਚ, ਆਤਮਾ ਰਾਮ ਵਿੱਚ ਸਵੈ ਸਰੂਪ ਵਿੱਚ ਲੀਨ ਹੋਏ ਜਪਣ ਲੱਗਿਆ। ਭਇਓ ਪ੍ਰਭਾਤ ਪ੍ਰਕਾਸ਼ ਤਬ ਸੁਭ ਵਸਤਰ ਇਤਨੇ ਸਜਾਏ। ਨੂੰ ਮਹਾਰਾਜ ਧਿਆਨ ਵਿੱਚ ਬੈਠੇ ਰਹੇ, ਭਾਵ ਜਪਦੇ ਰਹੇ। ਇਹਦਾ ਮਤਲਬ ਹੈ ਸਾਡਾ ਨਾਮ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਪਰਮਾਤਮਾ ਨੇ, ਉਹ ਨਾਮ ਜਪਦੇ ਨੇ, ਬੈਠਦੇ ਨੇ, ਅੰਮ੍ਰਿਤ ਵੇਲੇ ਜਾਗਦੇ ਨੇ। ਪਰਮਾਤਮਾ ਖੁਦ ਵੀ ਆਪਣਾ ਨਾਮ ਜਪਦਾ ਹੈ। ਉਹ ਨਾਮ ਜਪ ਕੇ ਹੀ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਜੇ ਪਰਮਾਤਮਾ ਖੁਦ ਵੀ ਆਪਣਾ ਨਾਮ ਜਪ ਕੇ ਹੀ ਪ੍ਰਸੰਨਤਾ ਹਾਸਲ ਕਰਦਾ ਹੈ ਤੇ ਫਿਰ ਆਮ ਬੰਦੇ ਦੀ ਕੀ ਪਾਇਆ ਜੀ। ਸਾਡਾ ਨਾਮ ਜਪਣ ਤੋਂ ਬਿਨਾਂ ਕਿਵੇਂ ਗੁਜ਼ਾਰਾ ਹੋ ਸਕਦਾ ਹੈ। ਸ਼ਸਤਰ ਸਿਪਰ ਕਟ ਤਾਰ ਕੈ ਬੜ ਸਭਾ ਇਸ ਲਗਾਏ। ਤਰ੍ਹਾਂ ਸ਼ਸਤਰ ਢਾਲ ਕਮਰ ਕੱਸੇ ਕਰਕੇ ਤੇ ਵੱਡਾ ਦੀਵਾਨ ਲੱਗਿਆ ਹੈ ਮਹਾਰਾਜ ਜੀ ਦਾ। ਪੁਰ ਕੀ ਗ੍ਰਾਮਨ ਅਨਕ ਕੀ ਸੁਨ ਸੰਗਤ ਆਏ। ਨੇੜੇ ਨੇੜੇ ਦੇ ਪਿੰਡਾਂ ਦੀ ਸੰਗਤ ਮਹਾਰਾਜ ਜੀ ਦਾ ਆਗਮਨ ਸੁਣ ਕੇ ਚਾਹ ਲੈ ਕੇ ਹਿਰਦੇ 'ਚ ਦਰਸ਼ਨਾਂ ਲਈ ਪਹੁੰਚੀ ਹੈ। ਦੁਗਧ ਦਹੀ ਕਰਤਿਆਦ ਗਨ ਉਪਹਾਰਨ ਫਿਰ ਲਿਆਏ। ਜਿਹਦੇ ਕੋਲ ਜੋ ਕੁਝ ਹੈ ਲੈ ਕੇ ਆ ਰਿਹਾ। ਕਿਸੇ ਕੋਲ ਦੁੱਧ ਹੈ, ਉਹਨੇ ਦੁੱਧ ਦਾ ਮਟਕਾ ਭਰ ਲਿਆ। ਕਿਸੇ ਕੋਲ ਘਿਓ ਹੈ, ਉਹ ਘਿਓ ਹੀ ਲੈ ਆਇਆ। ਤੇ ਜੇ ਕਿਸੇ ਕੋਲ ਦੁੱਧ ਅਜੇ ਨਹੀਂ ਹੈ, ਦਹੀਂ ਜੰਮਿਆ ਹੋਇਆ, ਉਹ ਦਹੀਂ ਦਾ ਹੀ ਮਟਕਾ ਚੁੱਕ ਲਿਆ। ਤੇ ਹੌਲੀ ਹੌਲੀ ਆ ਰਿਹਾ ਹੈ ਬਈ ਐਸਾ ਨਾ ਹੋਵੇ ਮੈਂ ਤੇਜ਼ ਚੱਲਾਂ ਤੇ ਦਹੀਂ ਦੇ ਫੁੱਟ ਟੁੱਟ ਜਾਣ, ਦਹੀਂ ਦੀ ਲੱਸੀ ਬਣ ਜਾਏ ਜਾਂਦੇ ਆ ਜਾਂਦੇ। ਇਸ ਤਰ੍ਹਾਂ ਹੌਲੀ ਹੌਲੀ ਜਿਹਦੇ ਕੋਲ ਜੋ ਹੈ, ਦੁੱਧ ਹੈ, ਘਿਓ ਹੈ, ਦਹੀਂ ਹੈ, ਜਿਸ ਕੋਲ ਜੋ ਕੁਝ ਹੈ ਉਹ ਲੈ ਕੇ ਚੱਲ ਪਿਆ ਹੈ। ਚਾਮਰ ਚਾਰ ਮਰਾਲ ਸਮ ਢੁਰ ਤੋ ਦੁੱਤ ਤੇ ਪਾਵੇ। ਹੰਸ ਵਾਂਗੂ ਸੋਹਣਾ ਚੌਰ ਮਹਾਰਾਜ ਜੀ ਤੇ ਝੁੱਲ ਰਿਹਾ ਹੈ। ਇਹ ਹਜ਼ਾਰੋਂ ਜੋਰ ਕਰ ਸ੍ਰੀ ਮੁਖ ਦਰਸਾਏ। ਹਜ਼ਾਰਾਂ ਹੀ ਸੰਗਤਾਂ ਦਾ ਇਕੱਠ ਹੈ ਤੇ ਹੱਥ ਜੋੜ ਕੇ ਮਹਾਰਾਜ ਜੀ ਦਾ ਦੀਦਾਰ ਕਰ ਰਹੇ ਹਨ। ਚੰਦ ਮਨੋਰਿਤ ਸਰਦ ਕੋ ਉਡਗਨ ਮੈਂ ਸੋ ਹੈ। ਮਾਨੋ ਪੂਰਨਮਾਸੀ ਹੈ, ਸਰਦ ਚੰਦਰਮਾ ਦੀ ਪੂਰਨਮਾਸੀ ਹੈ। ਮਹਾਰਾਜ ਇਸ ਤਰ੍ਹਾਂ ਸੋਭ ਰਹੇ ਨੇ, ਚੰਦਰਮਾ ਜਿਵੇਂ ਪੂਰਨਮਾਸੀ ਦਾ ਹੁੰਦਾ ਹੈ ਤੇ ਸੰਗਤਾਂ ਗੁਰਸਿੱਖ ਤਾਰਿਆਂ ਵਾਂਗੂ ਘੇਰਾ ਪਾ ਕੇ ਚਾਰੋਂ ਪਾਸੇ ਬੈਠੇ ਹੋਏ ਹਨ। ਐਸੇ ਕੌਣ ਕਠੋਰ ਨਰ ਪਿਖਨੈ ਮਨ ਮੋਹ। ਐਸਾ ਕਿਹੜਾ ਮਨ ਹੈ ਭਾਵੇਂ ਕਿੰਨਾ ਹੀ ਕਠੋਰ ਹੋਵੇ, ਮਹਾਰਾਜ ਜੀ ਦਾ ਦਰਸ਼ਨ ਕਰਕੇ ਮੋਹਿਤ ਹੋ ਰਿਹਾ ਹੈ। ਸਾਧ ਰੂਪ ਪੀਤਾ ਸੁਤ ਦੋਨੋਂ ਚਲਿਆਏ। ਤੇ ਫਿਰ ਦੋਵੇਂ ਮਹਾਰਾਜ ਦੇ ਅਨੰਨ ਸਿੱਖ ਭਾਈ ਸਾਧੂ, ਭਾਈ ਰੂਪਾ, ਉਹ ਵੀ ਦਰਸ਼ਨਾਂ ਲਈ ਆਏ ਹਨ। ਧਰਿਆ ਕੋਰੇ ਆਗੇ ਪ੍ਰਭੂ ਪਾਇਨ ਲਪਟਾਏ। ਵੱਡੀਆਂ ਭੇਟਾਵਾਂ ਰੱਖ ਕੇ ਮਹਾਰਾਜ ਦੇ ਚਰਨਾਂ ਨੂੰ ਗਲ ਵਕੜੀ ਦੋਵੇਂ ਪਿਤਾ ਪੁੱਤਰਾਂ ਨੇ ਕਰ ਲਈ ਹੈ। ਕੁਸਲ ਪ੍ਰਸੰਨ ਕਰ ਕੈ ਭਲੇ ਪੇਖਤ ਹਰ ਖਾਨੇ। ਮਹਾਰਾਜ ਸੱਚੇ ਪਾਤਸ਼ਾਹ ਵੀ ਬਹੁਤ ਪ੍ਰਸੰਨ ਹੋਏ। ਅਸਲ ਗੱਲ ਇਹ ਹੈ ਸਾਧ ਸੰਗਤ, ਜਦੋਂ ਬੱਚਾ ਦੌੜ ਕੇ ਮਾਂ ਦੇ ਗਲ ਲੱਗਦਾ ਨਾ ਤੇ ਬੱਚਾ ਪ੍ਰਸੰਨ ਹੁੰਦਾ, ਰੋਂਦੇ ਦੀਆਂ ਚੀਖਾਂ ਬੰਦ ਹੋ ਜਾਂਦੀਆਂ। ਤੇ ਮੇਰਾ ਬੱਚਾ ਹੀ ਪ੍ਰਸੰਨ ਨਹੀਂ ਹੁੰਦਾ, ਮਾਂ ਵੀ ਪ੍ਰਸੰਨ ਹੁੰਦੀ ਹੈ। ਮਾਂ ਦਾ ਵੀ ਮਿਹਰ ਭਰਿਆ, ਮਮਤਾ ਭਰਿਆ ਹੱਥ ਉਹਦੀ ਪਿੱਠ ਤੇ ਫਿਰਨ ਲੱਗ ਪੈਂਦਾ, ਗਲ ਨਾਲ ਲਾ ਲੈਂਦੀ ਹੈ, ਉਹਦੇ ਕਦਮ ਵੀ ਆਪਣੀ ਝੋਲੀ 'ਚ ਰੱਖ ਲੈਂਦੀ ਹੈ। ਸਾਧ ਸੰਗਤ ਇਸ ਤਰ੍ਹਾਂ ਜਦੋਂ ਤੁਸੀਂ ਹੁਣ ਆਏ ਬੈਠੇ ਹੋ ਨਾ, ਪ੍ਰਸੰਨ ਹੋ ਰਹੇ ਹੋ, ਤੇ ਤੁਸੀਂ ਹੀ ਪ੍ਰਸੰਨ ਨਹੀਂ ਹੋ ਰਹੇ। ਤੁਹਾਨੂੰ ਮਿਲ ਕੇ, ਤੁਹਾਡਾ ਨਮਸਕਾਰ ਸਵੀਕਾਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਪ੍ਰਸੰਨ ਹੋ ਰਹੇ ਨੇ। ਇੱਕ ਜੈਕਾਰਾ ਹੋਰ ਬੁਲਾਓ ਮਹਾਰਾਜ ਜੀ ਦਾ। ਇਸ ਤਰ੍ਹਾਂ ਮਹਾਰਾਜ ਵੀ ਬਹੁਤ ਪ੍ਰਸੰਨ ਹੋ ਰਹੇ ਹਨ ਭਾਈ ਰੂਪਾ ਤੇ ਭਾਈ ਸਾਧੂ ਜੀ ਨੂੰ ਮਿਲ ਕੇ। ਸਿੱਖ ਆਪਣੇ ਜਾਣ ਕਰਨੀ ਕੇ ਸਨਮਾਨੇ। ਆਪਣੇ ਸਿੱਖ ਜਾਣ ਕੇ ਮਹਾਰਾਜ ਨੇ ਸਨਮਾਨ ਕੀਤਾ ਹੈ, ਸਰੋਪਾਉ ਆਦਿਕ ਦਿੱਤੇ ਹਨ। ਪ੍ਰਭ ਜੀ ਮਾਨਵ ਮੰਦ ਮਤ ਜਾਣੇ ਨ ਪੇਵਾ। ਭਾਈ ਰੂਪਾ ਭਾਈ ਸਾਧੂ ਜੀ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਆਮ ਮਨੁੱਖ ਹਾਂ,
ਸਾਡੀ ਮੱਤ ਇਤਨੀ ਜ਼ਿਆਦਾ ਨਹੀਂ, ਅਸੀਂ ਤੁਹਾਡਾ ਭੇਦ ਭਾਵ ਤੁਹਾਡਾ ਮਰਮ ਨਹੀਂ ਜਾਣ ਸਕਦੇ। ਸਮਤਾ ਚਾਹਤ ਆਪ ਸੋ ਤੁਮ ਦੇਵਨ ਦੇਵਾ। ਅਸੀਂ ਤਾਂ ਬਰਾਬਰੀ ਕਰਨ ਲੱਗ ਪੈਂਦੇ ਆ, ਤੁਸੀਂ ਤਾਂ ਦੇਵਤਿਆਂ ਦੇ ਮਹਾਦੇਵ ਪਰਮਾਤਮਾ ਹੋ। ਨਹੀਂ ਸਹਾਰੈ ਸੁਰਾ ਸੁਰ ਰਣ ਖੇਤ ਮਝਾਰੇ। ਭਾਵੇਂ ਕੋਈ ਦੇਵ ਦੈਂਤ ਇਕੱਠੇ ਹੋ ਜਾਣ, ਤੁਹਾਡੇ ਸਾਹਮਣੇ ਜੰਗ ਵਿੱਚ ਸਿੱਧੇ ਨਹੀਂ ਹੋ ਸਕਦੇ। ਕੌਣ ਤੁਰਕ ਗਨ ਬਾਪੁਰੇ ਜਿਨ ਥਿਰਹਿ ਅਗਾਰੇ। ਇਹ ਤੁਰਕ ਵਿਚਾਰੇ ਕੀ ਹਨ ਤੁਹਾਡੇ ਸਾਹਮਣੇ ਖੜੇ ਹੋ ਸਕਣ। ਸ੍ਰੀ ਹਰਿ ਗੋਬਿੰਦ ਕਹਿਤ ਪੇ ਹੈ ਨਾਮ ਸੁਹੇਲਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਘੋੜੇ ਦਾ ਜਿਸ ਦਾ ਨਾਮ ਸੁਹੇਲਾ ਸੀ, ਰਹਿਓ ਜੰਗ ਮੈਂ ਸਤਰ ਹਤ ਬਉ ਕਾਵਨ ਮੇਲਾ। ਬੜਾ ਜ਼ਖਮੀ ਹੋ ਗਿਆ ਤੇ ਜੰਗ ਵਿੱਚ ਸ਼ਹੀਦ ਹੋ ਗਿਆ। ਸੁਨਤ ਜੋਧ ਕਰ ਜੋਰ ਕੈ ਸਨਮੁਖ ਰਣ ਮਾਹੀ। ਭਾਈ ਜੋਤ ਜੀ ਨੇ ਫਿਰ ਹੱਥ ਜੋੜੇ ਤੇ ਕਿਹਾ ਮੈਦਾਨੇ ਜੰਗ ਵਿੱਚ ਸਨਮੁਖ ਹੋ ਕੇ, ਤੁਮਰੇ ਚਰਨ ਸਪਰਸ ਤੇ ਹੋਏ ਪ੍ਰਾਨ ਬਿਨਾਹੀ। ਮਹਾਰਾਜ ਸੱਚੇ ਪਾਤਸ਼ਾਹ ਉਹ ਮੁਕਤ ਹੋ ਗਿਆ, ਕਿਉਂਕਿ ਆਪ ਜੀ ਦੇ ਚਰਨਾਂ ਦਾ ਉਹਨੂੰ ਸਪਰਸ਼ ਮਿਲਿਆ। ਉਤਮ ਪਦ ਪ੍ਰਾਪਤ ਪਇਓ ਤਿਨ ਧਨ ਮਹਾਨਾ। ਉਹਨੂੰ ਮਹਾਨ ਮੁਕਤੀ ਮਿਲ ਗਈ ਹੈ, ਵੱਡਿਆਂ ਭਾਗਾਂ ਵਾਲਾ ਹੈ। ਬੜੇ ਭਾਗ ਪੂਰਬ ਹੋਤੇ ਨ ਆਨ ਸਮਾਨਾ। ਉਹਦੇ ਵਰਗੇ ਭਾਗ ਹੋਰ ਕਿਸ ਦੇ ਹੋਵਣਗੇ। ਵਿਧੀ ਚੰਦ ਸੁਨ ਕੈ ਕਹਿਓ ਵਿਛੁਰਨ ਦੁਖ ਭਾਰੀ। ਬਾਬਾ ਬਹਾਦਰ ਬਿਧੀ ਚੰਦ ਜੀ ਆਖਣ ਲੱਗੇ ਮਹਾਰਾਜ ਆ ਜਿਹੜਾ ਜਾਨ ਭਾਈ ਬਚਿਆ ਹੈ ਇਹ ਭਾਰੀ ਦੁੱਖ ਹੈ ਸੀ ਵਿਛੋੜੇ ਦਾ ਇਹਦੇ ਵਾਸਤੇ। ਰਾਵਰ ਬਾਕਨ ਤੇ ਮਿਟਿਓ ਸ਼ਾਂਤੀ ਮਨ ਧਾਰੀ। ਇਹ ਅੰਨ ਜਲ ਛੱਡ ਗਿਆ ਸੀ ਪਰ ਆਪ ਜੀ ਦੇ ਬਚਨਾਂ ਸਦਕਾ ਵਿਛੋੜੇ ਦਾ ਦੁੱਖ ਉਤਰ ਗਿਆ ਤੇ ਹੁਣ ਅੰਨ ਜਲ ਘਾਹ ਅਦਕ ਛਕਣ ਲੱਗ ਪਿਆ ਹੈ। ਜੇਕਰ ਹੋਤੇ ਅਪਰ ਟਿਗੀਨ ਕੇ ਮਰ ਜਾਣੇ। ਮਹਾਰਾਜ ਸੱਚੇ ਪਾਤਸ਼ਾਹ ਜੇ ਦੋਵੇਂ ਘੋੜੇ ਕਿਸੇ ਹੋਰ ਕੋਲ ਹੁੰਦੇ ਤੇ ਇੱਕ ਦੇ ਚਲਾਣਾ ਕਰ ਜਾਣ ਕਰਕੇ ਦੋਨੋਂ ਮਰਤੇ ਰਹਿਤ ਨ ਅਸ ਪ੍ਰੇਮ ਮਹਾਨੇ। ਇਹ ਦੋਵਾਂ ਦੀ ਹੀ ਮੌਤ ਹੋ ਜਾਣੀ ਸੀ, ਇਹਨਾਂ ਦਾ ਪ੍ਰੇਮ ਆਪਸ ਵਿੱਚ ਇਤਨਾ ਸੀ। ਜਾਤੀ ਮਲਕ ਬਖਾਨ ਤੋ ਇਨ ਸਮਨੈ ਆਨਾ। ਭਾਈ ਜਾਤੀ ਮਲਕ ਕਹਿਣ ਲੱਗਿਆ ਵੱਡਾ ਯੋਧਾ ਹੈ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਵਰਗਾ ਹੋਰ ਕੋਈ ਨਹੀਂ ਹੈ। ਉਤੇ ਉਚਿਤਿਓ ਆਪ ਕੋ ਤੁਮ ਮਹਦ ਆਪ ਮਹਾਨ। ਮਹਾਨ ਹੋ, ਵੱਡੇ ਹੋ, ਇਹ ਘੋੜੇ ਆਪ ਜੀ ਦੇ ਲਾਇਕ ਸੀ। ਇਸ ਤਰ੍ਹਾਂ ਬਚਨ ਬਲਾਸ ਚੱਲ ਰਹੇ ਹਨ। ਬਾਕੀ ਵਿਚਾਰ ਆਪ ਕੱਲ ਪ੍ਰੇਮ ਸਹਿਤ ਸਰਵਣ ਕਰੋਗੇ। ਬਹੁਤ ਗੁਰੂ ਮਿਹਰ ਨਾਲ ਨਿਵਾਜੀਆਂ ਹੋਈਆਂ ਸ਼ਖਸੀਅਤਾਂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀਆਂ ਭਰ ਰਹੀਆਂ ਨੇ। ਮੁੱਖ ਸੇਵਾਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਜਥੇਦਾਰ ਅਵਤਾਰ ਸਿੰਘ ਜੀ ਹਿੱਤ, ਸਰਦਾਰ ਇੰਦਰਜੀਤ ਸਿੰਘ ਜੀ ਟਾਟਾ ਨਗਰ ਜਨਰਲ ਸਕੱਤਰ ਮਹਾਰਾਜ ਨੇ ਨਿਵਾਜੇ ਹੋਏ ਹਨ। ਭਾਈ ਸੂਰਜ ਸਿੰਘ ਜੀ ਨਲਵਾ, ਸਕੱਤਰ ਭਾਈ ਹਰਬੰਸ ਸਿੰਘ ਜੀ ਖਨੂਜਾ ਔਰ ਮਹਾਨ ਕੀਰਤਨੀਏ ਸੱਚਖੰਡ ਵਾਸੀ ਭਾਈ ਸਾਹਿਬ ਭਾਈ ਗੁਰਬਚਨ ਸਿੰਘ ਜੀ ਦੇ ਸੁਪੁੱਤਰ ਭਾਈ ਜਸਪਾਲ ਸਿੰਘ ਜੀ ਆਦਿਕ ਹੋਰ ਵੀ ਸ਼ਖਸੀਅਤਾਂ ਹਾਜ਼ਰੀ ਭਰ ਰਹੀਆਂ ਨੇ। ਮਹਾਰਾਜ ਸਭ ਦੀਆਂ ਹਾਜ਼ਰੀਆਂ ਆਪਣੇ ਦਰ ਘਰ ਪ੍ਰਵਾਨ ਕਰਨ। ਇੱਕ ਸੰਦੇਸ਼ ਸਾਰੇ ਜਗਤ ਵਿੱਚ ਪਹੁੰਚਾ ਦਿਓ ਕਿ ਆਉਣ ਵਾਲੀ ਜਨਵਰੀ ਤੋਂ 1 ਤੋਂ ਲੈ ਕੇ 10 ਜਨਵਰੀ ਤੱਕ ਵੱਡੇ ਸਮਾਗਮ ਤਖਤ ਸਾਹਿਬ ਵਿਖੇ ਗੁਰੂ ਸਵਾਰੇ ਪ੍ਰਬੰਧਕਾਂ ਦੇ ਉਪਰਾਲੇ ਸਦਕਾ, ਮਹਾਰਾਜ ਦੀ ਮਿਹਰ ਸਦਕਾ ਵਰਲਡ ਵਾਈਡ ਸੰਸਾਰ ਪੱਧਰ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਦਿਵਸ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 356ਵਾਂ ਪ੍ਰਕਾਸ਼ ਦਿਵਸ ਪੋਹ ਸੁਦੀ 7ਵੀਂ ਵੱਡੇ ਸਮਾਗਮ ਜਿਹੜੇ ਨੇ ਉਹ ਲਿਖੇ ਗਏ ਹਨ। ਗੁਰੂ ਮਿਹਰ ਸਦਕਾ ਕਰੋਨਾ ਦਾ ਅਸਰ ਵੀ ਬਹੁਤ ਡੰਕ ਘਟ ਗਿਆ ਔਰ ਖਤਮ ਹੋਣ ਵਾਲਾ ਹੈ। ਮਹਾਰਾਜ ਕਰਨਗੇ ਖਤਮ ਹੀ ਹੋ ਜਾਏਗਾ। ਇਸ ਲਈ ਬੇਧੜਕ ਹੋ ਕੇ ਸਾਰੀ ਦੁਨੀਆ ਤੋਂ ਇੰਟਰਨੈਸ਼ਨਲ ਫਲਾਈਟਾਂ ਵੀ ਬਹੁਤ ਸਾਰੀਆਂ ਚੱਲ ਪਈਆਂ ਨੇ, ਜਿਹੜੀਆਂ ਅਜੇ ਰੀਸਕੈਜੂਅਲ ਨਹੀਂ ਹੋਈਆਂ ਉਹ ਵੀ ਚੱਲ ਪੈਣੀਆਂ, ਟ੍ਰੇਨਾਂ ਵੀ ਚੱਲ ਪੈਣੀਆਂ। ਪ੍ਰਬੰਧਕ ਹੋਰ ਪ੍ਰਸ਼ਾਸਨ ਰੇਲਵੇ ਨੂੰ ਲਿਖ ਕੇ ਹੋਰ ਟ੍ਰੇਨਾਂ ਦਾ ਪ੍ਰਬੰਧ ਕਰਵਾ ਲੈਣਗੇ। ਆਪ ਸਾਰੇ ਮਨ ਬਣਾ ਲਓ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਕੱਠੇ ਜਨਮ ਦਿਨ ਮਨਾਉਣ ਵਾਸਤੇ ਇਸ ਸਾਲ ਤਖਤ ਪਟਨਾ ਸਾਹਿਬ 10 ਦਿਨਾਂ ਲਈ ਆਉਣਾ ਹੀ ਆਉਣਾ। ਸਾਰੇ ਮਨ ਬਣਾ ਲਓ।
ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੋ। ਬਾਕੀ ਸਾਧਨ ਸਾਰੇ ਗੁਰੂ ਸਾਹਿਬ ਨੇ ਆਪੇ ਬਣਾ ਦੇਣੇ ਨੇ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੇ 2 ਮਿੰਟ ਵਾਸਤੇ ਮਿਲ ਕੇ ਮਹਾਮੰਤਰ ਗੁਰਮੰਤਰ ਦੇ ਜਾਪ ਕਰੀਏ, ਫਿਰ ਅਰਦਾਸ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।